ਸਤਿ ਸ਼੍ਰੀ ਅਕਾਲ ਜੀ, ਮੈਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ ਤੇ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਢੇਰ ਸਾਰੇ ਸਵਾਲਾਂ ਦੇ ਜਵਾਬ। ਕਿਉਂਕਿ ਅਗਰ ਅਸੀਂ ਗੱਲ ਕਰੀਏ ਕੈਨੇਡਾ ਦੀ ਤਾਂ ਕੈਨੇਡਾ ਨੂੰ ਲੈ ਕੇ ਸਟੂਡੈਂਟਸ ਇੰਨੇ ਜ਼ਿਆਦਾ ਐਕਸਾਈਟਿਡ ਹੁੰਦੇ ਨੇ, ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਕਿਸੇ ਕਾਉਂਸਲਰ ਕੋਲ ਜਾਂਦੇ ਨੇ ਜਾਂ ਕਿਸੇ ਏਜੰਟ ਕੋਲ ਜਾਂਦੇ ਨੇ, ਜਿਵੇਂ ਉਹਨਾਂ ਨੂੰ ਦੱਸਦੇ ਨੇ ਉਸੇ ਤਰੀਕੇ ਨਾਲ ਬਸ ਉਹ ਕਹਿੰਦੇ ਨੇ ਜੀ ਸਾਡਾ ਵੀਜ਼ਾ ਲੱਗਣਾ ਚਾਹੀਦਾ ਹੈ। ਲੇਕਿਨ ਸਿਰਫ ਵੀਜ਼ਾ ਪਾਣਾ ਹੀ ਤੁਹਾਡੀ ਮੰਜ਼ਿਲ ਨਹੀਂ ਹੈ। ਵੀਜ਼ਾ ਤੋਂ ਬਾਅਦ ਉੱਥੇ ਪਹੁੰਚਦੇ ਹੋ ਜਦੋਂ ਤੁਸੀਂ ਤਾਂ ਕੀ ਤੁਹਾਨੂੰ ਉਸ ਤੋਂ ਬਾਅਦ ਪੀਆਰ ਵਿੱਚ ਪ੍ਰੋਬਲਮ ਤਾਂ ਨਹੀਂ ਆਉਂਦੀ, ਜਾਂ ਫਿਰ ਤੁਹਾਨੂੰ ਬਾਅਦ ਵਿੱਚ ਪਤਾ ਚੱਲਦਾ ਹੋਵੇ ਕਿ ਜੀ ਅਸੀਂ ਪਬਲਿਕ ਕਾਲਜ ਗਏ ਹਾਂ ਜਾਂ ਪ੍ਰਾਈਵੇਟ ਕਾਲਜ ਗਏ ਹਾਂ। ਸੋ ਤੁਸੀਂ ਇਹਨਾਂ ਸਭ ਚੀਜ਼ਾਂ ਤੋਂ ਕਿਵੇਂ ਬਚ ਸਕਦੇ ਹੋ, ਇਸ ਦੇ ਉੱਪਰ ਡਿਸਕਸ਼ਨ ਕਰਾਂਗੇ। ਨਾਲ ਦੀ ਨਾਲ ਦੂਸਰੀ ਗੱਲ, ਜਿਨ੍ਹਾਂ ਸਟੂਡੈਂਟਸ ਦੇ ਕੈਨੇਡਾ ਤੋਂ ਰਿਫਿਊਜ਼ਲਸ ਲੱਗ ਗਏ ਨੇ ਉਹਨਾਂ ਲਈ ਅੱਜ ਦੇ ਸਮੇਂ ਵਿੱਚ ਕਿਹੜੀ ਚੰਗੀ ਆਪਸ਼ਨ ਹੈ USA, ਉਸ ਦੇ ਬਾਰੇ ਵੀ ਡਿਟੇਲ ਵਿੱਚ ਆਪਾਂ ਗੱਲਾਂ ਕਰਨੀਆਂ ਨੇ। ਤੇ ਨਾਲ ਦੀ ਨਾਲ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹਾਂਗੇ ਕਿ ਤੁਹਾਡੇ ਕੋਈ ਵੀ ਸਵਾਲ ਨੇ ਕੈਨੇਡਾ ਲਈ, USA ਦੇ ਲਈ, ਲਗਾਤਾਰ ਸਕਰੀਨ ਤੇ ਨੰਬਰ ਡਿਸਪਲੇ ਹੋ ਰਿਹਾ, ਇਸ ਉੱਪਰ ਕਾਲ ਕਰਕੇ ਸਵਾਲਾਂ ਦੇ ਜਵਾਬ ਵੀ ਤੁਸੀਂ ਲੈ ਸਕਦੇ ਹੋ। ਕਾਲਸ ਆਣੀ ਸ਼ੁਰੂ ਹੋ ਗਈਆਂ, ਪਰ ਸਭ ਤੋਂ ਪਹਿਲਾਂ ਮੈਂ ਇੰਟਰੋਡਕਸ਼ਨ ਕਰਵਾਉਣੀ ਚਾਹਾਂਗੀ ਕਿ ਸਾਡੇ ਜੋ ਅੱਜ ਦੇ ਗੈਸਟ ਨੇ ਵਰਲਡ ਵਾਈਡ ਸਰਵਿਸਿਜ਼ ਤੋਂ ਵੀਜ਼ਾ ਐਕਸਪਰਟ ਰਸ਼ਮੀ ਸਿੰਘ ਮੈਮ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਰੋਤ। ਸਤਿ ਸ਼੍ਰੀ ਅਕਾਲ ਸਾਰੇ ਵਿਊਅਰਸ ਨੂੰ ਮੇਰੇ ਤੇ ਮੇਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਖਾਸ ਤੌਰ ਤੇ ਐਪੀਸੋਡ ਉਹਨਾਂ ਬੱਚਿਆਂ ਵਾਸਤੇ ਹੈ ਜਿਹੜੇ ਕਿ ਕੈਨੇਡਾ ਤੋਂ ਇੱਕ ਵੱਡੀ ਲੜੀ ਰਿਫਿਊਜ਼ਲਸ ਦੀ ਆਈ ਹੈਗੀ ਹੈ, ਬੜੇ ਡਿਸਅਪੁਆਇੰਟਡ ਹੈਗੇ ਹੈ, ਜਾਂ ਇਹ ਜਿਹੇ ਬੱਚੇ ਜਿਹੜੇ ਕਿ ਪ੍ਰਾਈਵੇਟ ਕਾਲਜਸ ਦੇ ਪੈਕੇਜਸ ਦੇ ਨਾਂ ਤੇ ਠੱਗੇ ਜਾਂਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀਜ਼ਾ ਆਉਣ ਤੱਕ ਜਾਂ ਰਿਫਿਊਜ਼ਲ ਤੱਕ ਕਿ ਉਹਨਾਂ ਦਾ ਰਿਫਿਊਜ਼ਲ ਕਿਉਂ ਆਇਆ, ਕਿਹੜੇ ਕਾਲਜ ਕਰਕੇ, ਕਿਹੜੇ ਕੋਰਸ ਦੀ ਚੋਣ ਕਰਕੇ ਉਹਨਾਂ ਦਾ ਰਿਫਿਊਜ਼ਲ ਆਇਆ ਹੈਗਾ। ਕਾਲਸ ਲੈਣ ਤੋਂ ਪਹਿਲਾਂ ਪ੍ਰੋਡਕਟ ਦੇ ਬਾਰੇ ਜੋ ਜੀ ਗੱਲ ਕਰਾਂਗੇ। ਸੋ ਇਹ ਜਿਹੇ ਬੱਚੇ ਜਿਹੜੇ ਕਿ ਕੈਨੇਡਾ ਜਾਣਾ ਚਾਹੁੰਦੇ ਨੇ, ਉਸ ਤੋਂ ਇਲਾਵਾ ਜਿਹੜੇ ਬੱਚੇ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਨੇ, ਕਿ USA ਵਧੀਆ ਆਪਸ਼ਨ ਕਿਹਨਾਂ ਬੱਚਿਆਂ ਵਾਸਤੇ ਹੈ। USA ਨੂੰ ਆਪਾਂ ਵਿਦਆਊਟ ਆਇਲਸ ਕੋਈ ਸਾਈਪਰਸ ਜਾਂ ਸਿੰਗਾਪੁਰ ਵਾਂਗਰ ਨਹੀਂ ਪ੍ਰਮੋਟ ਕਰਨਾ ਚਾਹੁੰਦੇ, ਜਿਹੜੀ ਕਿ ਆਫ ਕੋਰਸ ਇੱਕ ਬਹੁਤ ਹੀ ਵਧੀਆ ਆਪਸ਼ਨ ਹੈਗੀ ਹੈ। ਕਿਸੇ ਵੀ ਕੰਟਰੀ ਨੂੰ ਆਪਾਂ ਡਿਸਕਰੇਜ ਨਹੀਂ ਕਰ ਰਹੇ, ਬਟ ਯੈਸ ਆਪਾਂ ਇਹਨੂੰ ਇੰਨਾ ਵੀ ਸੌਖਾ ਨਹੀਂ ਸੋਚ ਸਕਦੇ ਕਿ ਜੇ ਆਪਾਂ ਸਿਰਫ USA ਉਹ ਬੱਚਾ ਜਾ ਸਕਦਾ ਜਿਹੜਾ ਕਿ 20 ਸਾਲ ਜਾਂ 15 ਸਾਲ ਜਿਵੇਂ ਕਿ ਪ੍ਰਮੋਸ਼ਨ ਚੱਲਦੀ ਪਈ ਹੈ। ਸੋ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਕਲੀਅਰ ਕਰਾਂਗੇ। ਬਟ ਸਭ ਤੋਂ ਪਹਿਲਾਂ ਕੈਨੇਡਾ ਦੇ ਬਾਰੇ ਗੱਲ ਕਰਾਂਗੀ ਕਿ ਪ੍ਰਾਈਵੇਟ ਕਾਲਜਸ ਜਿਹੜੇ ਬੱਚੇ ਜਾ ਰਹੇ ਨੇ ਉਹਨਾਂ ਵਾਸਤੇ ਅੱਜ ਕਿਹੜੇ ਬੱਚੇ ਜਿਹੜੇ ਕਿ ਪੈਕੇਜਸ ਕਰ ਸਕਦੇ ਨੇ, ਪਬਲਿਕ ਕਾਲਜਸ ਯੂਨੀਵਰਸਿਟੀ ਦੀ ਚੋਣ ਕਰ ਸਕਦੇ ਨੇ, ਕੋਈ ਵੀ ਰੀਜਨਲ ਏਰੀਆ ਤੋਂ ਇਲਾਵਾ ਵੈਨਕੂਵਰ, ਟੋਰਾਂਟੋ, ਬਰੈਂਪਟਨ, ਸਰੀ, ਆਪਣੀ ਪਸੰਦ ਦੇ ਪ੍ਰੋਵਿੰਸ ਦੇ ਵਿੱਚ ਕਿਵੇਂ ਤੁਸੀਂ ਆਇਲਸ 6 ਈਚ ਦੇ ਨਾਲ ਸਾਰੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਜੀ ਮੈਮ, ਇੱਥੇ ਮੈਂ ਇੱਕ ਚੀਜ਼ ਪੁੱਛਣਾ ਚਾਹੂੰਗੀ, ਜੋ ਤੁਸੀਂ ਸਟਾਰਟਿੰਗ ਵਿੱਚ ਗੱਲ ਕਹੀ ਕਿ ਪੈਕੇजेस ਦੇ ਨਾਮ ਤੋਂ ਸਟੂਡੈਂਟਸ ਠੱਗੇ ਜਾਂਦੇ ਨੇ, ਵਾਕਈ ਇਹ ਅਸਲੀਅਤ ਹੈ ਅੱਜ ਦੇ ਸਮੇਂ ਦੀ ਕਿ ਪੈਕੇजेस ਦੇ ਨਾਮ ਤੇ ਸਟੂਡੈਂਟਸ ਠੱਗੇ ਜਾਂਦੇ ਨੇ। ਇੱਥੇ ਮੈਂ ਜਾਣਨਾ ਚਾਹੂੰਗੀ ਕਿ ਅਸੀਂ ਕਹਿ ਸਕਦੇ ਕਿ ਸਟੂਡੈਂਟ ਅਵੇਅਰ ਨਹੀਂ ਹੈ, ਕਿ ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਐਡਮਿਸ਼ਨ ਕਿਹੜੇ ਕਾਲਜ ਵਿੱਚ ਹੋ ਰਹੀ ਹੈ। ਬਾਅਦ ਚ ਪਤਾ ਚੱਲਦਾ ਕਿ ਅਸੀਂ ਪ੍ਰਾਈਵੇਟ ਚਾਂ ਕਿ ਪਬਲਿਕ ਚਾਂ, ਜਾਂ ਬਾਅਦ ਵਿੱਚ ਉਹਨਾਂ ਨੂੰ ਵਰਕ ਪਰਮਿਟ ਨੂੰ ਲੈ ਕੇ, PR ਨੂੰ ਲੈ ਕੇ ਬਹੁਤ ਸਾਰੀ ਦਿੱਕਤਾਂ ਆਉਂਦੀਆਂ ਨੇ। ਡੈਫੀਨੇਟਲੀ ਹਰਜੋਤ, ਬੜਾ ਵਧੀਆ ਤੁਸੀਂ ਅੱਜ ਐਗਜ਼ਾਮਪਲ ਦਿੱਤਾ ਕਿ ਪ੍ਰਾਈਵੇਟ ਕਾਲਜਸ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਹੈਗਾ ਜਾਂ PR ਨਹੀਂ ਹੈਗੀ ਹੈ। ਜਦੋਂ ਵੀ ਬੱਚਾ ਸਾਡੇ ਕੋਲ ਵੀ ਆਂਦਾ ਹੈ ਜਾਂ ਕਿਸੇ ਵੀ ਕੰਸਲਟੈਂਟ ਕੋਲ ਜਾਂਦਾ ਹੈ ਤੇ ਬੱਚਾ ਕੀ ਕਹਿੰਦਾ ਹੈ, ਜੀ ਮੈਨੂੰ ਸਿਰਫ ਵੀਜ਼ਾ ਲਵਾ ਦਿਓ ਜੀ। ਅੱਜ ਬੱਚਾ ਸਿਰਫ ਵੀਜ਼ੇ ਦੀ ਸੋਚ ਲੈ ਕੇ ਬੈਠ ਰਿਹਾ ਹੈ, ਬਟ ਵਾਟ ਆਫਟਰ 2 years ਔਰ ਯੋਰ ਬੈਚਲਰਸ ਆਫ 4 years, ਜਾਂ ਤੁਸੀਂ ਆਪਣੇ ਮਾਸਟਰਸ ਜਾਂ PG ਪ੍ਰੋਗਰਾਮ ਵਾਸਤੇ ਜਾ ਰਹੇ ਹੋ, ਕੀ ਤੁਸੀਂ ਸੋਚਿਆ ਕਿ ਕੱਲ ਨੂੰ ਤੁਸੀਂ ਵਰਕ ਪਰਮਿਟ ਵਾਸਤੇ ਆਪਣੀ LMIਆਂ ਦੇ ਉੱਤੇ $50,000 $60,000 ਖਰਚੋਗੇ? ਕੀ ਤੁਸੀਂ ਕੱਲ ਨੂੰ PR ਵਾਸਤੇ ਐਲੀਜੀਬਲ ਹੋਗੇ ਜਾਂ ਉਹਦੇ ਵਾਸਤੇ ਦੁਬਾਰਾ ਤੁਸੀਂ ਐਡਮਿਸ਼ਨ ਲੈ ਕੇ ਆਪਣੇ 2 ਸਾਲ ਖਰਾਬ ਕਰੋਗੇ? ਸੋ ਅੱਜ ਇੱਕ ਇਹ ਜਿਹਾ ਕੰਸਲਟੈਂਟ ਜਿਹੜਾ ਕਿ ਤੁਹਾਡੀ ਮਨਪਸੰਦ ਸ਼ਹਿਰ, ਤੁਹਾਡਾ ਮਨਪਸੰਦ ਪ੍ਰੋਵਿੰਸ, ਤੁਹਾਡੇ ਮਨਪਸੰਦ ਯੂਨੀਵਰਸਿਟੀ, ਭਾਵੇਂ ਗੱਲ ਕਰੀਏ ਆਪਾਂ ਕਾਲਜਸ ਲਾਈਕ ਹੰਬਰ, ਸੈਨੇਕਾ, ਸੇਂਟ ਲਾਰੈਂਸ ਯੂਨੀਵਰਸਿਟੀ, ਕੈਨੇਡਾ ਵੈਸਟ, ਜਾਂ ਜਿਹੜੇ ਵੀ ਅੱਜ ਬੱਚੇ ਆਪਣੇ ਪਸੰਦ ਦੇ ਰਿਸ਼ਤੇਦਾਰ ਦੇ ਰੀਜਨ ਦੇ ਵਿੱਚ ਇਸ ਕਰਕੇ ਨਹੀਂ ਜਾ ਸਕਦੇ ਕਿਉਂਕਿ ਉਹ ਪੈਕੇਜ ਦੇ ਵਿੱਚ ਜਾਣਾ ਚਾਹੁੰਦੇ ਆ। ਸੋ ਵਰਲਡ ਵਾਈਡ ਸਰਵਿਸਿਜ਼ ਹਰਜੋਤ ਜੀ ਬੱਚਿਆਂ ਵਾਸਤੇ ਲੈ ਕੇ ਆਇਆ। ਜੇ ਤੁਹਾਡੇ ਆਇਲਸ ਦੇ ਵਿੱਚ ਓਵਰਆਲ 6 ਔਰ ਈਚ ਮੋਡਿਊਲ ਦੇ ਵਿੱਚ 6 ਬੈਂਡਸ ਹੈਗੇ ਨੇ, ਜਾਂ PT ਦੇ ਵਿੱਚ ਓਵਰਆਲ 60 ਸਕੋਰ ਤੁਹਾਡਾ ਹੈਗਾ ਐਂਡ ਈਚ ਮੋਡਿਊਲ 60, ਯਾਨੀ ਕਿ ਓਵਰਆਲ 6 ਈਚ ਲਈ ਤੁਸੀਂ ਐਲੀਜੀਬਲ ਹੈਗੇ ਹੋ। ਸੋ ਡੈਫੀਨਿਟਲੀ ਆਪਣੇ ਮਨਪਸੰਦ ਦੇ ਕਾਲਜ ਦੇ ਵਿੱਚ, ਆਪਣੇ ਮਨਪਸੰਦ ਦੀ ਯੂਨੀਵਰਸਿਟੀ, ਆਪਣੇ ਮਨਪਸੰਦ ਸ਼ਹਿਰ ਨੂੰ ਤੁਸੀਂ ਚੁਣ ਕੇ ਸਾਡੇ ਵਰਲਡ ਵਾਈਡ ਸਰਵਿਸਿਜ਼ ਨੂੰ ਸਾਰੇ ਪੈਸੇ ਉਸ ਦਿਨ ਜਿਹੜੇ ਜਿਸ ਦਿਨ ਤੁਹਾਡਾ ਵੀਜ਼ਾ ਤੁਹਾਡੇ ਹੱਥ ਦੇ ਵਿੱਚ ਆਏਗਾ। ਜੀ, ਸੋ ਕਾਲਰਸ ਬਹੁਤ ਟਾਈਮ ਤੋਂ ਲਾਈਨ ਤੇ ਨੇ, ਆਪਾਂ ਪਹਿਲੀ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਨੂਰ ਗੱਲ ਕਰ ਰਹੀ ਹਾਂ ਫਰੀਦਕੋਟ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਜੀ ਮੇਰੀ ਪੜ੍ਹਾਈ ਤੇ ਨਾ 7 ਸਾਲ ਦਾ ਗੈਪ ਹੈ, ਮੈਂ ਅਮਰੀਕਾ ਵਾਸਤੇ ਜਾਣਕਾਰੀ ਲੈਣੀ ਸੀਗੀ। ਨੂਰ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ? ਫਰੀਦਕੋਟ। ਫਰੀਦਕੋਟ ਤੋਂ। ਨੂਰ ਜੀ ਕੀ ਪ੍ਰੋਫਾਈਲ ਹੈ, 10 ਸਾਲ ਪਹਿਲਾਂ ਕੀ ਕੀਤਾ ਜੀ ਤੁਸੀਂ? ਮੈਂ ਗ੍ਰੈਜੂਏਸ਼ਨ ਕੀਤੀ 2014 ਤੋਂ ਬਾਅਦ। ਅੱਛਾ ਜੀ।
ਉਸ ਤੋਂ ਬਾਅਦ ਮੇਰਾ ਗੈਪ ਹੈ। 2014 ਨਾਲ 7 ਸਾਲ ਦਾ ਗੈਪ ਹੈਗਾ ਤੁਹਾਡਾ। ਹਾਂਜੀ ਕੋਈ ਤੁਸੀਂ ਐਕਸਪੀਰੀਅੰਸ ਕੋਈ ਕੰਮ ਕੀਤਾ, ਕੋਈ ਜੌਬ ਕੀਤੀ ਹੈ? ਹਾਂਜੀ ਮੈਂ ਕਰੰਟਲੀ ਵਰਕਿੰਗ ਕਰ ਰਹੀ ਹਾਂ ਬੈਂਕ 'ਚ। ਬੈਂਕ 'ਚ ਜੌਬ ਕਰ ਰਹੇ ਹੋ, ਵੈਰੀ ਗੁੱਡ। ਕੀ ਨੂਰ ਤੁਸੀਂ ਇੰਗਲਿਸ਼ ਦੇ ਵਿੱਚ ਗੱਲ ਕਰ ਸਕਦੇ ਹੋ? ਹਾਂਜੀ ਮੈਮ ਬਿਲਕੁਲ ਗੱਲ ਕਰ ਸਕਦੀ ਹਾਂ। ਕਿਉਂਕਿ USA ਵਾਸਤੇ ਜੇ ਤੁਸੀਂ ਜਾ ਰਹੇ ਹੈਗੇ ਹੋ, ਤੁਸੀਂ ਜੌਬ ਐਕਸਪੀਰੀਅੰਸ ਹੈਗਾ, ਤੁਸੀਂ ਗ੍ਰੈਜੂਏਟ ਹੈਗੇ ਹੋ, ਮੈਰਿਡ ਹੋ ਜਾਂ ਸਿੰਗਲ ਹੋ? ਮੈਮ ਮੈਂ ਸਿੰਗਲ ਹੀ ਹਾਂ। ਸਿੰਗਲ ਹੈਗੇ ਹੋ, ਵੈਰੀ ਗੁੱਡ। ਔਰ ਕੀ ਤੁਸੀਂ, ਤੁਹਾਨੂੰ ਇਹ ਪਤਾ ਹੈ ਤੁਸੀਂ ਕਿਸੇ ਵੀ ਮੁਲਕ ਤੋਂ ਜੇ ਅੱਜ ਵਿਦਆਊਟ ਆਇਲਸ ਜਾਣਾ ਚਾਹੁੰਦੇ ਹੋ ਤੇ USA ਤੁਹਾਨੂੰ ਇੰਟਰਵਿਊ ਵਾਸਤੇ ਇੱਕ ਰਿਗਰਸ ਤਿਆਰੀ ਸਿਮੂਲੇਟਡ ਪੈਟਰਨ ਦੇ ਨਾਲ ਕਰਾਈ ਜਾਂਦੀ ਹੈ, ਜਿਹਦੇ ਕਰਕੇ ਕਿ ਤੁਹਾਡਾ USA ਦਾ ਵੀਜ਼ਾ ਆਉਂਦਾ ਹੈ। USA ਤੁਸੀਂ ਕਿਉਂ ਜਾਣਾ ਚਾਹੁੰਦੇ ਹੋ ਨੂਰ? ਹਾਂਜੀ ਮੈਮ USA ਕਿਉਂ ਜਾਣਾ ਚਾਹੁੰਦੇ ਹੋ? ਮੇਰੀ ਡੈਸਟੀਨੇਸ਼ਨ ਡ੍ਰੀਮ ਆ, ਮੈਂ ਉੱਥੇ ਹੀ ਜਾਣਾ, ਉਹੀ ਕੰਟਰੀ 'ਚ ਜਾਣਾ। ਚਲੋ ਜੀ, ਡ੍ਰੀਮ ਡੈਸਟੀਨੇਸ਼ਨ ਹੈਗੀ ਹੈ। ਆਈ ਥਿੰਕ ਯੂ ਆਰ ਵੈਰੀ ਫੋਕਸ। ਤੁਸੀਂ ਆਪਣਾ ਜਵਾਬ ਜਿਹੜਾ ਹੈਗਾ ਟੀਵੀ ਸਕਰੀਨ ਤੇ ਸੁਣ ਸਕਦੇ ਹੈਗੇ ਹੋ। ਸੋ USA ਅੱਜ 2014 ਬੱਚਾ ਜੇ ਵੇਲਾ ਬੈਠਾ ਹੋਇਆ ਘਰ ਦੇ ਵਿੱਚ ਸੋਚ ਰਿਹਾ ਮੈਂ ਅੰਗਰੇਜ਼ੀ ਦੇ ਵਿੱਚ ਗੱਲ ਨਹੀਂ ਕਰ ਸਕਦਾ, USA ਸਿਰਫ ਇੱਕੋ ਹੀ ਪੈਰਾਮੀਟਰ ਨੂੰ ਚੈੱਕ ਕਰਦਾ ਹੈਗਾ। USA ਦਾ ਡਿਟੇਲ 'ਚ ਗੱਲ ਕਰਾਂਗੀ। ਉਹਨਾਂ ਨੇ ਨਹੀਂ ਦੇਖਣਾ ਤੁਹਾਡਾ 10 ਸਾਲ ਦਾ ਗੈਪ ਹੈ, ਬਟ ਉਹਨਾਂ ਨੇ ਦੇਖਣਾ ਕਿ 10 ਸਾਲ ਬਾਅਦ ਤੁਸੀਂ ਸੁੱਤੇ ਉੱਠੇ ਦੇਖ ਰਹੇ ਹੋ ਕਿ ਮੈਂ USA ਜਾਣਾ ਚਾਹੁੰਦਾ ਹਾਂ। ਤੁਸੀਂ ਇੱਕ ਰੈਲੇਵੈਂਟ, ਜਿੱਦਾਂ ਫॉर ਐਗਜ਼ਾਮਪਲ ਗ੍ਰੈਜੂਏਸ਼ਨ ਕਰਕੇ ਤੁਸੀਂ ਜੌਬ ਕਰ ਰਹੇ ਹੋ, ਤੁਹਾਡੇ ਕੋਲ ਐਕਸਪੀਰੀਅੰਸ ਹੈਗਾ, ਪਲੱਸ ਤੁਹਾਨੂੰ ਕੌਨਫੀਡੈਂਸ ਹੈਗਾ ਕਿ ਤੁਸੀਂ ਵੀਜ਼ਾ ਆਫਿਸਰ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰ ਸਕਦੇ ਹੋ ਕੌਨਫੀਡੈਂਟਲੀ, ਤੁਸੀਂ ਇੰਗਲਿਸ਼ ਦੇ ਵਿੱਚ ਆਪਣੇ ਜਵਾਬ ਦੇ ਸਕਦੇ ਹੋ। ਸਿਰਫ 1 ਤੋਂ 1.5 ਮਿੰਟ ਦੀ ਇੰਟਰਵਿਊ ਹੁੰਦੀ ਹੈ, ਜਿਹਦੇ ਵਿੱਚ ਕਿ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਸਕਦੇ ਹੋ, ਆਪਣੀ ਯੂਨੀਵਰਸਿਟੀ ਦਾ ਨਾਮ ਦੱਸ ਸਕਦੇ ਹੋ, ਆਪਣੇ ਕੋਰਸ ਬਾਰੇ ਦੱਸ ਸਕਦੇ ਹੋ, ਔਰ ਕਿਉਂ ਤੁਸੀਂ USA ਜਾਣਾ ਚਾਹੁੰਦੇ ਹੋ। ਸੋ ਇਟਸ ਜਸਟ ਅਬਾਊਟ ਦੀ ਕੌਨਫੀਡੈਂਸ। ਕਿਸੇ ਵੀ ਚੀਜ਼ ਨੂੰ USA ਨਹੀਂ ਦੇਖਦਾ, ਸਿਰਫ ਦੇਖਦਾ ਤੁਹਾਡੇ ਕੌਨਫੀਡੈਂਸ ਨੂੰ, ਤੁਹਾਡੀ ਜੈਨੂਇਨਿਟੀ ਨੂੰ। ਜੇ ਤੁਸੀਂ ਜੈਨੂਇਨ ਸਟੂਡੈਂਟ ਹੈਗੇ ਹੋ, ਵੀਜ਼ਾ ਆਫਿਸਰ ਨੂੰ 1 ਤੋਂ 1.5 ਮਿੰਟ ਦੇ ਵਿੱਚ ਤੁਸੀਂ ਕਿਵੇਂ ਕਨਵਿੰਸ ਕਰਨਾ ਹੈ। ਫॉर ਐਗਜ਼ਾਮਪਲ ਮੈਂ ਐਗਜ਼ਾਮਪਲ ਲੈਣਾ ਚਾਹਾਂਗੀ, ਹਰਜੋਤ ਸਾਡੇ ਕੋਲ ਇੱਕ ਬੱਚਾ ਆਇਆ, ਉਹ ਕਹਿੰਦਾ ਮੈਂ ਫਾਰਮਰ ਆ, ਤੇ ਉਹਨਾਂ ਨੇ ਆਪਣੇ ਜਿਹੜੇ ਆਪਣਾ DS 160 ਫਾਰਮ ਭਰਦੇ, ਸੋ ਉਹਦੇ ਬੱਚਾ ਫਾਰਮਰ ਨਹੀਂ ਲਿਖਾਂਗੇ, ਆਪਾਂ ਐਗਰੀਕਲਚਰਿਸਟ ਲਿਖਾਂਗੇ ਜਾਂ ਲੀਡਿੰਗ ਐਗਰੀਕਲਚਰਿਸਟ ਲਿਖਾਂਗੇ। ਸੋ ਵੀਜ਼ਾ ਆਫਿਸਰ ਨੇ ਇਹ ਦੇਖਣਾ ਹੈ ਕਿ ਇੱਕ ਫਾਰਮਰ, ਫॉर ਐਗਜ਼ਾਮਪਲ ਤੁਹਾਡੇ ਕੋਲ ਜੇ 20 ਕਿੱਲੇ ਹੈਗੇ ਨੇ, ਸੋ ਵੀ ਵਿਲ ਸ਼ੋ ਕਿ ਆਪਾਂ ਇੱਕ ਐਗਰੀਕਲਚਰਿਸਟ ਹੈ। ਸੋ USA ਦੇ ਫਾਰਮ ਦੇ ਭਰਨ ਤੋਂ ਲੈ ਕੇ ਤੁਸੀਂ ਵੀਜ਼ਾ ਆਫਿਸਰ ਨੂੰ ਜੋ ਪ੍ਰੈਜ਼ੈਂਟ ਕਰਨਾ ਹੈ, ਸੋ ਫਾਰਮਰ ਜਿਵੇਂ ਇੱਕ ਛੋਟਾ ਵਰਡ ਲੱਗਦਾ ਹੈ, ਸੋ ਐਗਰੀਕਲਚਰਿਸਟ ਇੱਕ ਡਿਫਾਈਨਡ ਵਰਡ ਲੱਗਦਾ ਹੈ। ਸੋ ਇਹਨਾਂ ਚੀਜ਼ਾਂ ਦੇ ਖਾਸ ਤੌਰ ਤੇ ਅਸੀਂ ਧਿਆਨ ਰੱਖਦੇ ਹਾਂ ਜਦੋਂ ਵੀ ਆਪਾਂ US ਵਾਸਤੇ ਕੋਈ ਵੀ ਫਾਈਲ ਲਾਉਂਦੇ ਹੈਗੇ। ਸੋ ਇਟਸ ਅ ਜੈਨੂਇਨ ਗੁੱਡ ਪ੍ਰੋਫਾਈਲ ਨੂਰ, ਯੂ ਕੈਨ ਡੈਫੀਨਿਟਲੀ ਗੋ ਫॉर US। ਜੀ ਹੈਲੋ ਹੈਲੋ, ਤੁਹਾਨੂੰ ਮੇਰੀ ਆਵਾਜ਼ ਆ ਪਾ ਰਹੀ ਹੈ? लग रहा है कोई जी। मैं मेरा एक सवाल जरूरी है क्योंकि कॉल्स अगों आंदी जाएंगे, टॉपिक और बहुत सारे पर मैं अगर कैनेडा ਦੀ ਪਹਿਲਾਂ ਗੱਲ ਕਰ ਰਹੀ ਸੀ, ਇੱਕ ਸਵਾਲ ਸਾਡੇ ਕੋਲ ਨਾ ਕਈ ਵਾਰੀ ਸਟੂਡੈਂਟਸ ਦਾ ਆਉਂਦਾ ਹੈ ਕਿ ਅਸੀਂ ਆਲਰੇਡੀ ਇੱਥੇ ਅਗਰ ਅਸੀਂ ਗ੍ਰੈਜੂਏਸ਼ਨ ਕਰ ਰਹੇ ਹਾਂ, ਕੀ ਇਹ ਪੋਸਿਬਿਲਿਟੀ ਹੈ, ਕੋਈ ਐਸਾ ਵੀ ਪ੍ਰੋਗਰਾਮ ਹੈ ਕਿ ਅਸੀਂ ਵਿੱਚ ਹੀ ਚਾਹੇ 2 ਸਾਲ ਹੋ ਗਏ ਨੇ ਤਾਂ ਅਸੀਂ ਅੱਗੋਂ ਕੰਟੀਨਿਊ ਕੈਨੇਡਾ ਵਿੱਚ ਆਪਣੀ ਗ੍ਰੈਜੂਏਸ਼ਨ ਕਰ ਸਕੀਏ, ਇਸ ਤਰ੍ਹਾਂ ਦਾ ਪ੍ਰੋਗਰਾਮ? ਬਹੁਤ ਵਧੀਆ, ਸਾਡੇ ਕੋਲ ਯੂਨੀਵਰਸਿਟੀ ਹੈਗੀ ਹੈ, ਡੈਫੀਨਿਟਲੀ ਸਕਰੀਨ ਦੇ ਉੱਤੇ ਸਾਰੇ ਸਾਡੇ ਬੜੇ ਸੇਮ ਟ੍ਰੇਡ ਦੇ ਲੋਕੀ ਵੀ ਦੇਖਦੇ ਹੈਗੇ ਆ। ਸੋ ਯੂਨੀਵਰਸਿਟੀ ਤੁਹਾਡੇ ਵੈਨਕੂਵਰ ਦੇ ਵਿੱਚ ਯੂਨੀਵਰਸਿਟੀ ਹੈਗੀ ਹੈ, ਜਿੱਥੇ ਹਰਜੋਤ ਸਿਰਫ 18 ਤੋਂ 20,000 ਡਾਲਰ ਫੀਸ ਦੇ ਵਿੱਚ, ਐਗਜ਼ੈਕਟ ਫੀਸ ਦੀ ਗੱਲ ਕਰਾਂ 18,720 ਦੇ ਵਿੱਚ ਬੱਚਾ 2 ਸਾਲ ਦੀ ਵਿੱਚ ਆਪਣੀ ਬੈਚਲਰਸ ਕਰ ਸਕਦਾ ਹੈ। ਮੈਂ ਥੋੜਾ ਜਿਹਾ ਬੈਚਲਰਸ ਦੇ ਬਾਰੇ ਗੱਲ ਕਰਾਂਗੀ। ਇੰਡੀਆ ਦੇ ਵਿੱਚ ਜਿੱਥੇ 3 ਸਾਲ ਦੀ ਬੈਚਲਰਸ ਹੁੰਦੀ ਹੈ, ਕੈਨੇਡਾ ਦੇ ਵਿੱਚ ਬੈਚਲਰਸ 4 ਸਾਲ ਦੀ ਹੁੰਦੀ ਹੈ। ਕੋਈ ਵੀ ਬੱਚਾ ਰਨਿੰਗ ਸੈਕੰਡ ਈਅਰ ਦੇ ਵਿੱਚ ਕਰਕੇ ਆਪਣਾ ਫਾਈਨਲ ਈਅਰ ਦੇ ਵਿੱਚ, ਆਬਵੀਅਸਲੀ ਪੈਂਡੇਮਿਕ ਕਰਕੇ ਬੱਚੇ ਸੋਚ ਰਹੇ ਨੇ ਕਿ ਹੋਰ ਕਿਉਂ ਇੱਥੇ ਟਾਈਮ ਵੇਸਟ ਕਰਨਾ। ਕੋਈ ਵੀ ਬੱਚਾ ਜੇ ਡਾਇਰੈਕਟਲੀ ਫਾਈਨਲ ਈਅਰ ਦੇ ਵਿੱਚ ਹੈਗਾ, ਨਾ ਐਡਮਿਸ਼ਨ ਲੈਣ ਦੇਵੇ, ਡਾਇਰੈਕਟ 3rd ਈਅਰ ਦੇ ਵਿੱਚ ਕੈਨੇਡਾ ਦੇ ਵਿੱਚ ਐਡਮਿਸ਼ਨ ਲੈ ਸਕਦਾ ਹੈ। 2 ਸਾਲ ਦੀ ਜਿਹੜੀ ਪੜ੍ਹਾਈ ਕੀਤੀ ਉਹ ਵੇਸਟ ਨਹੀਂ ਜਾਏਗੀ ਤੁਹਾਡੀ, ਡਾਇਰੈਕਟ ਕ੍ਰੈਡਿਟ ਟ੍ਰਾਂਸਫਰ ਤੁਹਾਡਾ ਕੈਨੇਡਾ ਦੇ ਵਿੱਚ ਹੋਏਗਾ, ਔਰ ਤੁਸੀਂ ਸਿਰਫ 2 ਸਾਲ ਯਾਨੀ ਕਿ 3rd ਈਅਰ ਤੇ 4th ਈਅਰ ਕੈਨੇਡਾ ਦੇ ਵਿੱਚ ਲਾ ਕੇ ਆਪਣੀ 4 ਸਾਲ ਦੀ ਬੈਚਲਰਸ ਡਿਗਰੀ ਡਾਇਰੈਕਟਲੀ ਕੈਨੇਡਾ ਤੋਂ ਲੈ ਸਕਦੇ ਹੋ। ਇਸ ਤੋਂ ਇਲਾਵਾ ਕਈ ਇਹੋ ਜਿਹੇ ਬੱਚੇ ਨੇ ਜਿਹੜੇ ਕਿ ਜਿਨ੍ਹਾਂ ਨੇ ਬੈਚਲਰਸ ਕੀਤੀ ਵੀ ਹੈ, ਆਇਲਸ ਦੇ ਵਿੱਚ ਓਵਰਆਲ 6 ਬੈਂਡਸ ਨੇ, ਇੱਕ ਮੋਡਿਊਲ 'ਚ 5.5 ਬੈਂਡ ਰਹਿ ਗਏ ਨੇ। ਇਹੋ ਜਿਹੇ ਬੱਚੇ ਵੀ ਡੂਅਲ ਡਿਗਰੀ ਯਾਨੀ ਕਿ ਡੂਅਲ ਬੈਚਲਰਸ ਪ੍ਰੋਗਰਾਮ ਦੇ ਵਿੱਚ ਡਾਇਰੈਕਟਲੀ 3rd ਈਅਰ ਦੇ ਵਿੱਚ ਐਡਮਿਸ਼ਨ ਲੈ ਕੇ, ਭਾਵੇਂ ਤੁਹਾਡੀ ਬੈਚਲਰਸ ਤੋਂ ਬਾਅਦ 8-10 ਸਾਲ, ਸਾਡੇ ਕੋਲ ਵੀਜ਼ਾ ਆਇਆ ਹੈਗਾ ਹਰਜੋਤ 2011 ਦੇ ਵਿੱਚ ਬੱਚੇ ਨੇ ਬੈਚਲਰਸ ਕੀਤੀ ਸੀਗੀ, ਬਟ ਉਹ ਡਿਪਲੋਮਾ ਵਾਸਤੇ ਨਹੀਂ ਸੀ ਜਾਣਾ ਚਾਹੁੰਦਾ, ਸੋ ਮਾਸਟਰਸ ਵਾਸਤੇ ਉਹਦੀ ਐਲੀਜੀਬਿਲਿਟੀ ਨਹੀਂ ਬਣ ਰਹੀ ਸੀ, ਸੋ BA in business administration ਵਾਸਤੇ ਬੱਚਾ ਗਿਆ and today she got the visa। so ਬੱਚਾ ਕੋਈ ਵੀ ਬੈਚਲਰਸ ਹੈ ਜਾਂ ਫਾਈਨਲ ਈਅਰ ਆਪਣੀ ਪੜ੍ਹਾਈ ਦੇ ਵਿੱਚ ਹੈਗਾ, ਸੋ ਡਾਇਰੈਕਟਲੀ ਸਿਰਫ 18 ਤੋਂ 20,000 ਡਾਲਰ ਦੇ ਵਿੱਚ ਟੋਰਾਂਟੋ ਦੇ ਵਿੱਚ, ਜਿੱਥੇ ਕਿ ਬਾਕੀ ਕੰਪੀਟੀਟਿਵ ਯੂਨੀਵਰਸਿਟੀ ਦੇ ਵਿੱਚ ਘੱਟੋ ਘੱਟ 45 ਤੋਂ 50,000 ਡਾਲਰ ਲੱਗਦਾ ਤੁਹਾਨੂੰ ਬੈਚਲਰਸ ਵਾਸਤੇ। 2 ਸਾਲ ਦੇ ਵਿੱਚ ਤੁਸੀਂ ਆਪਣੀ 4 ਸਾਲ ਦੀ ਡਿਗਰੀ ਕੰਪਲੀਟ ਕਰਕੇ ਕੱਲ ਨੂੰ ਇੱਕ ਇਹੋ ਜਿਹੀ ਯੂਨੀਵਰਸਿਟੀ ਜਿੱਥੇ ਕਿ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ 3 ਸਾਲ ਦਾ ਮਿਲਦਾ ਹੈ। ਇਹਦੇ ਵਾਸਤੇ 3 ਸਾਲ ਦੇ ਵਰਕ ਪਰਮਿਟ ਵਾਸਤੇ ਬੱਚਿਆਂ ਨੂੰ ਕੰਪਰੋਮਾਈਜ਼ ਕਰਕੇ ਰੀਜਨਲ ਏਰੀਆ ਦੇ ਵਿੱਚ ਜਾਣਾ ਪੈਂਦਾ ਹੈ, ਵੇਅਰ ਐਜ਼ ਕਿ ਇਸ ਯੂਨੀਵਰਸਿਟੀ ਦੇ ਵਿੱਚ ਤੁਸੀਂ ਜੇ ਗ੍ਰੈਜੂਏਟ ਕਰਦੇ ਹੋ 2 ਸਾਲ ਦੇ ਵਿੱਚ
ਤੁਸੀਂ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ 3 ਸਾਲ ਦਾ ਲੈ ਕੇ ਕੱਲ ਨੂੰ PR ਦੇ ਪੁਆਇੰਟਸ ਵੀ ਵਧਾ ਸਕਦੇ ਹੈਗੇ ਹੋ। ਜੀ ਬਿਲਕੁਲ। ਤੇ ਆਪਣੇ ਦਰਸ਼ਕਾਂ ਨੂੰ ਬਾਰ-ਬਾਰ ਕਹਿਣਾ ਚਾਹੂੰਗੀ ਕਿ ਕੋਈ ਵੀ ਸਵਾਲ ਹੈ, ਅਗਰ ਸ਼ੋਅ ਦੇ ਦੌਰਾਨ ਅਸੀਂ ਜੋ ਗੱਲ ਕਰ ਰਹੇ ਹਾਂ, ਤੁਹਾਡਾ ਸਵਾਲ ਕੋਈ ਮਨ ਦੇ ਵਿੱਚ ਆ ਰਿਹਾ, ਨਾਲ ਦੇ ਨਾਲ ਉਸ ਨੂੰ ਕਲੀਅਰ ਜ਼ਰੂਰ ਕਰ ਲਓ, ਕਿਉਂਕਿ ਇਹ ਜਾਣਕਾਰੀ ਅਸੀਂ ਖਾਸ ਤੌਰ ਤੇ ਉਹਨਾਂ ਸਭ ਸਟੂਡੈਂਟਸ ਲਈ ਲੈ ਕੇ ਆਏ ਹਾਂ ਜਿਹੜੇ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਨੇ। ਕਈ ਸਵਾਲ ਨੇ USA ਬਾਰੇ ਵੀ ਅਸੀਂ ਡਿਟੇਲ 'ਚ ਗੱਲ ਕਰਨੀ ਹੈ ਅੱਗੇ, ਤੇ ਨਾਲ ਦੀ ਨਾਲ ਜੇਕਰ ਤੁਸੀਂ ਆਪਣੇ ਡਾਕੂਮੈਂਟਸ ਦਿਖਾ ਕੇ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਵਰਲਡ ਵਾਈਡ ਸਰਵਿਸਿਜ਼ ਆਫਿਸ ਪਹੁੰਚ ਕੇ ਤੁਸੀਂ ਆਪਣੇ ਡਾਕੂਮੈਂਟਸ ਦਿਖਾਓ, ਤਾਂ ਕਿ ਸਹੀ ਤਰੀਕੇ ਨਾਲ ਤੁਹਾਨੂੰ ਗਾਈਡੈਂਸ ਦਿੱਤੀ ਜਾ ਸਕੇ, ਤੁਹਾਡੀ ਕਾਉਂਸਲਿੰਗ ਕੀਤੀ ਜਾ ਸਕੇ ਕਿ ਕਿਸ ਚੀਜ਼ ਦੇ ਲਈ ਕਿਹੜੀ ਆਪਸ਼ਨ ਤੁਹਾਡੇ ਲਈ ਬੈਸਟ ਰਹਿਣ ਵਾਲੀ, ਜਿਸ ਦੇ ਨਾਲ ਤੁਸੀਂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਖਾਸ ਤੌਰ ਤੇ ਕੈਨੇਡਾ ਦੀ ਗੱਲ ਕਰੀਏ ਮੈਮ, ਕੈਨੇਡਾ ਨੂੰ ਲੈ ਕੇ ਅਗਰ ਪਿੱਛੇ ਟਾਈਮ 'ਚ ਅਸੀਂ ਦੇਖੀਏ ਬਹੁਤ ਸਾਰੀ ਰਿਫਿਊਜ਼ਲਸ ਆਉਣ ਕਰਕੇ ਸਟੂਡੈਂਟਸ ਬਹੁਤ ਜ਼ਿਆਦਾ ਘਬਰਾ ਗਏ ਸੀ, ਪਰ ਐਟ ਪ੍ਰੈਜ਼ੈਂਟ ਅਗਰ ਹੁਣ ਆਪਾਂ ਸਟੂਡੈਂਟਸ ਦੀ ਗੱਲ ਕਰ ਲਈਏ, ਕੀ ਲੱਗ ਰਿਹਾ ਹੈ ਕਿ ਸਟੂਡੈਂਟਸ ਕਿਉਂਕਿ ਰੁਕ ਜਾਂਦੇ ਨੇ, ਕਈ ਵਾਰ ਲੱਗਦਾ ਕਿ ਕੋਈ ਹੋਰ ਪੇਰੈਂਟਸ ਦਾ ਵੀ ਮਾਈਂਡ ਇਸ ਤਰੀਕੇ ਨਾਲ ਹੋ ਜਾਂਦਾ ਹੈ ਕਿ ਆਪਾਂ ਕੋਈ ਹੋਰ ਆਪਸ਼ਨ ਦੇਖ ਲਈਏ। ਜੀ ਹਰਜੋਤ ਦੀ, ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਇਸ ਟਾਈਮ 2021 ਦੇ ਵਿੱਚ +2 ਦਾ ਰਿਜ਼ਲਟ ਆ ਚੁੱਕਿਆ ਹੈਗਾ, ਰਿਫਿਊਜ਼ਲ ਵਾਲੇ ਬੱਚਿਆਂ ਵਾਸਤੇ ਵੀ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਮੈਂ ਇਸ ਚੀਜ਼ ਨੂੰ ਮਿਸ ਨਹੀਂ ਕਰਨਾ ਚਾਹਾਂਗੀ ਕਿ ਬੱਚਿਆਂ ਦੇ ਮਨ ਦੇ ਵਿੱਚ ਇੱਕ ਡਰ ਹੈਗਾ ਕਿ ਇੱਕ ਸਾਲ ਬੱਚਿਆਂ ਦੀ ਫੀਸ ਬਲੌਕ ਹੋ ਗਈ ਡਿਊ ਟੂ ਅੰਡਰ ਕੋਈ ਵੀ CAQ ਸਸਪੈਂਸ਼ਨ ਦੇ ਕਰਕੇ ਜਾਂ ਆਬਵੀਅਸਲੀ ਪੈਂਡੇਮਿਕ ਕਰਕੇ, ਤੇ ਬੱਚਾ ਬੜਾ ਡਰਿਆ ਹੋਇਆ ਹੈਗਾ। ਸੋ ਵੀਲ ਟੇਕ ਦ ਕਾਲ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਡਮ, ਮੇਰਾ ਨਾਮ ਰਾਜਵੀਰ ਸੰਧੂ ਹੈ ਜੀ, ਤੇ ਮੈਂ ਬਠਿੰਡੇ ਤੋਂ ਗੱਲ ਕਰ ਰਿਹਾ ਜੀ। ਹਾਂਜੀ ਰਾਜਵੀਰ ਜੀ, ਕੀ ਸਵਾਲ ਹੈ? ਮੈਡਮ ਜੀ ਮੈਂ ਪੁੱਛਣਾ ਚਾਹੁੰਦਾ ਜੀ, ਮੈਂ ਜਿੱਦਾਂ ਲਾਸਟ ਈਅਰ ਪਾਸ ਆਊਟ ਕੀਤਾ ਹੈ ਜੀ ਆਰਟਸ ਸਬਜੈਕਟ ਦੇ ਨਾਲ, ਤੇ ਮੇਰੇ 57% ਨੰਬਰ ਹੈ ਜੀ। ਤੁਸੀਂ ਰਾਜਵੀਰ ਜੀ ਲਾਸਟ ਈਅਰ 10+2 ਪਾਸ ਆਊਟ ਕੀਤਾ ਜੀ? ਹਾਂਜੀ 10+2 ਪਾਸ ਆਊਟ ਕੀਤਾ ਜੀ। ਓਕੇ ਜੀ, ਆਇਲਸ ਕਰ ਲਿਆ ਜੀ ਤੁਸੀਂ? ਹਾਂਜੀ, ਆਜ ਤੋਂ ਮੇਰੀ ਜੀ ਓਵਰਆਲ ਵੀ 6 ਤੇ ਏਜ ਵੀ 6 ਹੈ ਜੀ। ਵੈਰੀ ਗੁੱਡ। ਤੇ ਤੁਸੀਂ ਕਿਸੇ ਵੀ ਕੰਟਰੀ ਹਲੇ ਤੱਕ ਅਪਲਾਈ ਤਾਂ ਨਹੀਂ ਕੀਤਾ? ਨਹੀਂ, ਹੱਲੇ ਨਹੀਂ ਕੀਤਾ ਮੈਡਮ, ਮੈਂ ਨਾ ਕੈਨੇਡਾ ਦਾ ਅਪਲਾਈ ਕਰਨਾ ਚਾਹੁੰਦਾ ਹਾਂ। ਜੇ ਮੈਂ ਪੁੱਛਣਾ ਸੀ ਜੀ ਪਬਲਿਕ ਕਾਲਜ ਦਾ ਪੈਕੇਜ ਹੋ ਜਾਊਗਾ ਜੀ? ਸਰ ਬਿਲਕੁਲ, ਬਹੁਤ ਹੀ ਵਧੀਆ ਤੁਸੀਂ ਸਵਾਲ ਪੁੱਛਿਆ ਹੈ, ਜਿਹੜੇ ਆਪਾਂ ਅੱਜ ਦਾ ਖਾਸ ਤੌਰ ਤੇ ਐਪੀਸੋਡ ਰੱਖਿਆ ਹੈਗਾ, ਤੁਸੀਂ ਆਪਣਾ ਜਵਾਬ ਟੀਵੀ ਸਕਰੀਨ ਤੇ ਸੁਣ ਸਕਦੇ ਹੈਗੇ ਹੋ। ਸੋ ਰਾਜਵੀਰ ਨੇ ਪੁੱਛਿਆ ਕਿ 2019 ਪਾਸ ਆਊਟ ਬੱਚਾ ਓਵਰਆਲ 6 ਨਾਟ ਲੈਸ ਦੈਨ 6 ਇਨ ਈਚ ਮੋਡਿਊਲ, ਯਾਨੀ ਕਿ ਇੱਕ SDS ਕੈਟਾਗਰੀ ਦਾ ਕੇਸ ਹੈਗਾ, ਐਂਡ ਆਪਣੀ ਮਨਪਸੰਦ ਸ਼ਹਿਰ, ਆਪਣਾ ਮਨਪਸੰਦ ਪ੍ਰੋਵਿੰਸ, ਆਪਣੀ ਮਨਪਸੰਦ ਕਾਲਜ, ਆਪਣੀ ਮਨਪਸੰਦ ਗਵਰਨਮੈਂਟ ਯੂਨੀਵਰਸਿਟੀ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ, ਔਰ ਵਰਲਡ ਵਾਈਡ ਸਰਵਿਸਿਜ਼ ਤੁਹਾਡੇ ਤੋਂ ਪੈਸੇ ਲਏਗਾ ਸਾਰੇ ਦੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ। ਤੁਹਾਡੀ ਆਫਰ ਲੈਟਰ ਤੁਹਾਨੂੰ ਇਸ ਕਰਕੇ ਨਹੀਂ ਦਿੱਤੀ ਜਾਏਗੀ ਕਿ ਤੁਹਾਡਾ ਪੈਕੇਜ ਹੋਇਆ ਹੈ, ਤੁਹਾਨੂੰ ਪਤਾ ਹੋਏਗਾ ਕਿ ਤੁਸੀਂ ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ ਦੇ ਵਿੱਚ ਜਾ ਰਹੇ ਹੋ। ਤੁਹਾਡੀ ਆਫਰ ਲੈਟਰ ਪਹਿਲੇ ਦਿਨ ਤੋਂ ਤੁਹਾਡੇ ਕੋਲ ਹੋਏਗੀ, ਤੁਹਾਨੂੰ ਤੁਹਾਡੀ ਫੀਸ, ਤੁਹਾਡੀ TD ਰਿਸੀਟਸ ਤੁਹਾਨੂੰ ਦਿੱਤੀਆਂ ਜਾਣਗੀਆਂ, ਔਰ ਕੰਪਨੀ ਤੁਹਾਡੇ ਤੋਂ ਪੈਸੇ ਲਏਗੀ ਵੀਜ਼ਾ ਲੱਗਣ ਤੋਂ ਬਾਅਦ। ਤੇ ਜੇ ਤੁਸੀਂ ਵੀ 10+2 ਪਾਸ ਹੋ ਜਾਂ ਗ੍ਰੈਜੂਏਟ ਹੋ ਆਇਲਸ ਦੇ ਵਿੱਚ ਓਵਰਆਲ 6 ਨਾਟ ਲੈਸ ਦੈਨ 6 ਇਨ ਈਚ ਮੋਡਿਊਲ ਹੈਗੇ ਆ, ਪਬਲਿਕ ਕਾਲਜ ਜਾਂ ਕਿਸੇ ਵੀ ਗਵਰਨਮੈਂਟ ਯੂਨੀਵਰਸਿਟੀ, ਆਪਣੇ ਮਨਪਸੰਦ ਪ੍ਰੋਵਿੰਸ, ਆਪਣੇ ਰਿਸ਼ਤੇਦਾਰ, ਆਪਣੇ ਫਰੈਂਡਸ ਦੇ ਪ੍ਰੋਵਿੰਸ ਲਈ ਕੰਪਰੋਮਾਈਜ਼ ਕਰਨ ਦੀ ਲੋੜ ਨਹੀਂ। ਪ੍ਰਾਈਵੇਟ ਕਾਲਜ ਵਿਦਆਊਟ ਵਰਕ ਪਰਮਿਟ ਵਾਲੇ ਕਾਲਜ ਦੇ ਵਿੱਚ ਕੰਪਰੋਮਾਈਜ਼ ਕਰਨ ਦੀ ਲੋੜ ਨਹੀਂ। ਸਾਰੇ ਦੇ ਸਾਰੇ ਪੈਸੇ ਕੰਪਨੀ ਲਏਗੀ ਵੀਜ਼ਾ ਲੱਗਣ ਤੋਂ ਬਾਅਦ। ਜੀ ਬਿਲਕੁਲ। ਇੱਥੇ ਮੈਂ ਨਾ ਪੁੱਛਣਾ ਚਾਹੂੰਗੀ, ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਪੈਕੇਜ ਸਿਸਟਮ ਆ ਜਾਂਦਾ ਤਾਂ ਕਿਤੇ ਨਾ ਕਿਤੇ ਸਟੂਡੈਂਟਸ ਨਾਲ ਠੱਗੀ ਹੋ ਜਾਂਦੀ ਹੈ। ਇੱਥੇ ਮੈਂ ਜਾਣਨਾ ਚਾਹੂੰਗੀ ਕਿਹੜੀ ਚੀਜ਼ਾਂ ਤੋਂ ਸਟੂਡੈਂਟਸ ਨੂੰ ਜਾਂ ਪੇਰੈਂਟਸ ਨੂੰ ਵੀ ਅਵੇਅਰ ਹੋਣਾ ਚਾਹੀਦਾ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਅਗਰ ਅਸੀਂ ਪੈਕੇਜ ਸਿਸਟਮ ਕਰ ਰਹੇ ਹਾਂ, ਸਾਨੂੰ ਕਿਹੜੀ ਚੀਜ਼ਾਂ ਵੱਲ ਧਿਆਨ ਰੱਖਿਆ ਜਾਏ ਤਾਂ ਕਿ ਬਾਅਦ ਵਿੱਚ ਉਹਨਾਂ ਨੂੰ ਇਸ ਦਾ ਖਾਮਿਆਜ਼ਾ ਨਾ ਭੁਗਤਣਾ ਪਏ। ਮੈਂ ਸਪੈਸੀਫਿਕਲੀ ਕੈਨੇਡਾ ਦੀ ਗੱਲ ਕਰਾਂਗੀ। ਕੈਨੇਡਾ ਦੇ ਵਿੱਚ ਬੜੇ ਸਾਰੇ ਕਾਲਜਸ ਆਏ ਡਿਊਰਿੰਗ ਲਾਕਡਾਊਨ ਵੀ, ਆਪਾਂ ਜੇ ਗੱਲ ਕਰੀਏ ਬੜੇ ਕਾਲਜਸ ਨੇ ਆਪਣੀ ਪ੍ਰੋਮੋਸ਼ਨ ਕੀਤੀਆਂ। ਕੋਈ ਇਹ ਗੱਲ ਨਹੀਂ ਹੈ ਕਿ ਪ੍ਰਾਈਵੇਟ ਕਾਲਜ ਕੋਈ ਮਾੜੇ ਹੈਗੇ ਨੇ, ਉਹਨਾਂ ਦੇ ਵੀ ਵੀਜ਼ੇ ਆਉਂਦੇ ਨੇ, ਬਟ ਐਟਲੀਸਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਹੜੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਰਹੇ ਹੋ। ਕਈਆਂ ਦੇ ਪੈਕੇजेस ਆਫ ਕੋਰਸ ਬਜਟ ਥੋੜਾ ਜਿਹਾ ਘੱਟ ਹੁੰਦਾ, ਬੱਚੇ ਜਿਹੜੇ ਜਾਣਾ ਚਾਹੁੰਦੇ ਨੇ, ਸੋ ਆਫ ਕੋਰਸ ਬੜੇ ਕੰਪੀਟੀਟਿਵ ਪ੍ਰਾਈਸਸ ਹੁੰਦੇ ਨੇ ਜੇ ਪ੍ਰਾਈਵੇਟ ਕਾਲਜਸ ਦੀ ਫੀਸ ਦੀ ਗੱਲ ਕਰੀਏ। ਬਟ ਇਹ ਨਾ ਹੋਏ ਤੁਹਾਡੀ ਫੀਸ ਗਈ ਹੈ 5 ਲੱਖ ਰੁਪਏ ਤੇ ਤੁਸੀਂ ਇੱਥੇ 25 ਲੱਖ ਰੁਪਏ ਦਾ ਪੈਕੇਜ ਕੀਤਾ ਹੋਇਆ, ਤੁਹਾਨੂੰ ਐਟਲੀਸਟ ਪਤਾ ਹੋਵੇ। ਡੈਫੀਨਿਟਲੀ ਚਲੋ ਕੋਈ ਵੀ ਜੇ ਏਜੰਟ ਕੰਮ ਕਰਦਾ ਪਿਆ ਤੇ 50,000 ਲੱਖ ਰੁਪਏ 1.5 ਲੱਖ ਰੁਪਏ ਉਹਨੇ ਰੱਖ ਲਿਆ, ਬਟ ਇਹ ਨਹੀਂ ਹੈਗਾ ਕਿ 20 ਲੱਖ ਰੁਪਏ ਦਾ ਮਾਰਜਨ ਤੁਹਾਨੂੰ ਉੱਥੇ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਕਾਲਜ ਤੁਸੀਂ ਜਾ ਰਹੇ ਹੋ ਤੇ ਉੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਵੇ, ਕਿਉਂਕਿ ਕੱਲ ਨੂੰ ਤੁਹਾਨੂੰ PR ਕਰਕੇ ਕੋਈ ਵੀ ਪਰਮਨੈਂਟ ਰੈਜ਼ੀਡੈਂਸੀ ਵਿੱਚ ਦਿੱਕਤ ਨਾ ਆਵੇ। ਜੀ ਬਿਲਕੁਲ। ਸੋ ਬਿਲਕੁਲ ਮੈਂ ਜ਼ਰੂਰ ਇਸੇ ਕਰਕੇ ਸਵਾਲ ਪੁੱਛਿਆ ਤਾਂ ਕਿ ਜਿੰਨੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਵੇਖਦੇ ਨੇ ਉਹ ਇਹਨਾਂ ਗੱਲਾਂ ਤੋਂ ਅਵੇਅਰ ਰਹਿਣ ਕਿ ਤਾਂ ਬਾਅਦ ਵਿੱਚ ਤੁਸੀਂ ਫਿਰ ਠੱਗੇ ਜਾਣੇ ਹੋ, ਫਿਰ ਤੁਹਾਨੂੰ ਖੁਦ ਨੂੰ ਬਹੁਤ ਸਾਰਾ ਬੱਚੇ ਵੀ ਜੋ ਹੈ ਉਹਨਾਂ ਦਾ ਕੌਨਫੀਡੈਂਸ ਲੂਜ਼ ਹੋ ਜਾਂਦਾ ਹੈ ਕਿ ਅਸੀਂ ਇਹ ਕੀ ਕਰ ਬੈਠੇ, ਕਿਹੋ ਜਿਹਾ ਸਟੈਪ ਲੈ ਲਿਆ। ਪੇਰੈਂਟਸ ਦੀ ਜੋ ਸਾਰੀ ਉਮਰ ਦੀ ਮਿਹਨਤ ਦੀ ਕਮਾਈ ਹੁੰਦੀ ਹੈ ਉਹ ਵੇਸਟ ਹੋ ਜਾਂਦੀ ਹੈ। ਸੋ ਇਸ ਲਈ ਇਹਨਾਂ ਚੀਜ਼ਾਂ ਦਾ ਬਿਲਕੁਲ ਧਿਆਨ ਰੱਖਦੇ ਹੋਏ ਹੀ ਅੱਗੇ ਵਧੋ। ਤੇ ਅੱਜ ਦੀ ਡੇਟ ਵਿੱਚ ਅਸੀਂ ਕੈਨੇਡਾ ਵਿੱਚ ਕਿਹੜੀ ਪ੍ਰੋਵਿੰਸ ਨੂੰ ਅੱਛੀ ਆਪਸ਼ਨ ਸਟੂਡੈਂਟਸ ਲਈ ਮੰਨਾਂਗੇ ਕਿ ਉਹ ਅਪਲਾਈ ਕਰ ਸਕਦੇ ਨੇ ਉੱਥੇ?
ਕੈਨੇਡਾ ਦੀ ਗੱਲ ਕਰੀਏ ਕੋਈ ਵੀ ਪ੍ਰੋਵਿੰਸ ਮਾੜਾ ਜਾਂ ਚੰਗਾ ਨਹੀਂ ਹੈਗਾ, ਬੜੇ ਨਵੇਂ ਪ੍ਰੋਵਿੰਸਸ ਵੀ ਆਏ ਹੈਗੇ ਨੇ ਜਿੱਥੇ ਕਿ ਪੀਆਰ ਦੀ ਆਪਸ਼ਨ ਬੜੀ ਚੰਗੀ ਹੈ। ਪਹਿਲਾਂ ਬੱਚਿਆਂ ਕੋਲ ਜਿੱਦਾਂ ਐਲਬਰਟਾ ਜਾਂ ਸਰੀ ਦੀ ਗੱਲ ਕਰੀਏ ਜਾਂ ਮੌਂਟਰੀਅਲ ਕਿਊਬੈਕ ਦੇ ਵਿੱਚ ਬੱਚਿਆਂ ਨੂੰ 2 ਸਾਲ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਸੀਗਾ। ਬਟ ਅੱਜ ਦੀ ਡੇਟ 'ਚ ਮੈਂ ਜੇ ਗੱਲ ਕਰਾਂ ਸਾਡੇ ਕੋਲ ਇਹੋ ਜਿਹੀ ਆਪਸ਼ਨਸ ਹੈਗੀਆਂ ਵੈਨਕੂਵਰ, ਟੋਰਾਂਟੋ, ਬਰੈਂਪਟਨ ਦੇ ਵਿੱਚ ਜਾਂ ਸਰੀ ਦੇ ਵਿੱਚ, ਜਿਹੜੇ ਕਿ ਪੰਜਾਬੀਆਂ ਦੀ ਹਮੇਸ਼ਾ ਹੀ ਫੇਵਰਿਟ ਡੈਸਟੀਨੇਸ਼ਨ ਰਹੀ ਹੈ, ਜਿੱਥੇ ਕਿ ਕਿਸੇ ਵੀ ਆਪਣੀ ਮਨਪਸੰਦ ਨਾਟ ਓਨਲੀ ਪ੍ਰੋਵਿੰਸ, ਆਪਣੇ ਮਨਪਸੰਦ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਕੇ ਵਿਦ 6 ਬੈਂਡ ਐਸਡੀਐਸ ਕੈਟਾਗਰੀ ਦੇ ਵਿੱਚ ਸਾਰੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਬਟ ਯੈਸ, ਇਹ ਜੀ ਪ੍ਰੋਵਿੰਸ ਦੀ ਚੋਣ ਕਰੋ ਜਿੱਥੇ ਕਿ ਤੁਹਾਨੂੰ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਜ਼ਰੂਰ ਮਿਲੇ ਤਾਂ ਕਿ ਤੁਹਾਨੂੰ ਪੀਆਰ ਲੈਣ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ। ਅੱਜ ਆਪਣਾ ਫੋਕਸ ਸਿਰਫ ਵੀਜ਼ਾ ਤੱਕ ਨਾ ਸੋਚੋ, ਆਪਣਾ ਦੈਟ ਇਜ਼ ਜਸਟ ਜਿਹੜੀ ਵੀ ਨੀਂਵ ਹੈਗੀ ਹੈ, ਨੀਂਵ ਨੂੰ ਜੇ ਚੰਗਾ ਰੱਖੋਗੇ ਕੋਈ ਵੀ ਬਿਲਡਿੰਗ ਤਾਂ ਟਿਕੀ ਰਹੇਗੀ। ਜੇ ਨੀਂਵ ਤੁਹਾਡੀ ਚੰਗੀ ਹੈਗੀ ਹੈ, ਯਾਨੀ ਕਿ ਚੰਗਾ ਇੰਸਟੀਚਿਊਟ, ਚੰਗੇ ਕਾਲਜ, ਚੰਗੀ ਯੂਨੀਵਰਸਿਟੀ ਦੀ ਚੋਣ ਕਰੋਗੇ ਜਿੱਥੇ ਕਿ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਐਂਡ ਫਰਦਰ ਲੀਡਿੰਗ ਟੂ ਪੀਆਰ ਤੱਕ ਤੁਹਾਨੂੰ ਆਪਣੀ ਬਿਲਡਿੰਗ ਉੱਪਰ ਤੱਕ ਖੜੀ ਕਰਨ, ਯਾਨੀ ਕਿ ਆਪਣੀ ਲਾਈਫ ਦੀ ਫਾਈਨਲ ਅਚੀਵਮੈਂਟ ਹਰ ਬੱਚੇ ਦੀ ਇਹੀ ਹੈਗੀ ਹੈ ਕਿ ਕੈਨੇਡਾ ਜਾ ਕੇ ਮੈਂ ਪੱਕੇ ਹੋ ਕੇ ਡਾਲਰ ਕਮਾ ਸਕਾਂ। ਸੋ ਆਪਣੀ ਨੀਂਵ ਨੂੰ ਸਟਰੋਂਗ ਰੱਖੋ, ਚੰਗੇ ਪਬਲਿਕ ਕਾਲਜ ਦੇ ਵਿੱਚ ਐਡਮਿਸ਼ਨ ਲਓ, ਕਿਸੇ ਵੀ ਤਰ੍ਹਾਂ ਦਾ ਇੱਕ ਵੀ ਨਿੱਕਾ ਪੈਸਾ ਤੁਸੀਂ ਨਹੀਂ ਦੇਣਾ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਸਕ ਨਹੀਂ ਹੈਗਾ, ਕੰਪਨੀ ਲਏਗੀ ਸਾਰੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਜੀ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਮੈਂ ਹਰਜੋਤ ਗੱਲ ਕਰ ਰਹੀ ਹਾਂ ਜੀ, ਤਰਨਤਾਰਨ ਤੋਂ। ਹਾਂਜੀ ਹਰਜੋਤ ਜੀ, ਕੀ ਸਵਾਲ ਹੈ? ਮੈਮ ਮੇਰਾ ਇਹ ਸਵਾਲ ਹੈ ਕਿ ਮੈਂ ਆਪਦਾ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੀ ਹਾਂ। ਹਾਂਜੀ ਜਿੱਦਾਂ ਮੇਰਾ ਆਲਰੇਡੀ ਇੱਕ ਟਾਈਮ ਰਿਫਿਊਜ਼ ਹੋ ਗਿਆ, ਮਤਲਬ ਕਿ ਹੁਣੇ ਹੀ ਜੇ ਰਿਫਿਊਜ਼ ਹੋਇਆ, 1 ਵੀਕ ਹੀ ਹੋਇਆ ਮੇਰੇ ਰਿਫਿਊਜ਼ ਹੋਏ ਨੂੰ। ਅੱਛਾ ਜੀ, ਕੀ ਪ੍ਰੋਫਾਈਲ ਹੈ ਹਰਜੋਤ, ਤੁਹਾਡਾ ਕੁਆਲੀਫਿਕੇਸ਼ਨ ਕੀ ਹੈ? ਮੈਮ ਮੇਰੀ ਕੁਆਲੀਫਿਕੇਸ਼ਨ, ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ 2017 ਦੇ ਵਿੱਚ ਜੀ ਤੇ ਮੇਰੇ ਓਵਰਆਲ 6.5 ਬੈਂਡ ਹੈ, ਨਾਟ ਲੈਸ ਦੈਨ 6 ਬੈਂਡ ਹੈ ਮੇਰੇ। ਜੀ ਹਰਜੋਤ ਤੁਸੀਂ ਕਿਹੜੇ ਕਾਲਜ ਦੇ ਵਿੱਚ ਅਪਲਾਈ ਕੀਤਾ ਸੀਗਾ? ਮੈਮ ਮੇਰਾ ਕਾਲਜ ਤੇ ਮੈਨੂੰ ਕੁਝ ਕਨਫਰਮ ਨਹੀਂ, ਕਿਉਂਕਿ ਮੈਂ ਪੈਕੇਜ ਕੀਤਾ ਸੀਗਾ ਤੇ ਮੈਨੂੰ ਉਹਨਾਂ ਨੇ ਕੋਈ ਦੱਸਿਆ ਨਹੀਂ ਸੀ, ਮੇਰਾ ਕਾਲਜ ਨਹੀਂ ਮੈਨੂੰ ਪਤਾ ਸੀਗਾ। ਚਲੋ ਜੀ, ਆਪਾਂ ਏਜੰਟ ਦੀ ਗੱਲ ਨਹੀਂ ਕਰਾਂਗੇ, ਕਾਫੀ ਬੱਚੇ ਇਸ ਚੀਜ਼ ਦੇ ਸਾਨੂੰ ਰੋਜ਼ ਮਿਲਦੇ ਨੇ। 2017 ਤੋਂ ਬਾਅਦ ਹਰਜੋਤ ਤੁਸੀਂ ਕੀ ਕੀਤਾ ਹੈ? ਮੈਂ 2017 ਤੋਂ ਬਾਅਦ ਜੀ ਕੁਝ ਨਹੀਂ ਕੀਤਾ। ਤੁਸੀਂ ਫ੍ਰੀ ਹੈਗੇ ਹੋ ਗੈਪ ਤੇ, ਤੁਹਾਨੂੰ ਤੁਹਾਡੇ ਏਜੰਟ ਨੇ 2017 ਤੋਂ ਬਾਅਦ ਕੋਈ ਜਸਟੀਫਿਕੇਸ਼ਨ ਇਹ ਜੀ ਤਾਂ ਨਹੀਂ ਲਾਈ ਜਿਹਦੇ ਕਰਕੇ ਕਿ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਤੁਹਾਨੂੰ ਆਪਣੇ ਕੋਰਸ? ਹਾਂਜੀ ਮੈਂ ਇਸ ਚੀਜ਼ ਦੇ ਰਿਗਾਰਡਿੰਗ ਉਹਨਾਂ ਨੇ ਮੇਰੇ ਨਾਲ ਕੋਈ ਡਿਸਕਲੋਜ਼ ਕੀਤਾ ਹੀ ਨਹੀਂ ਸੀਗਾ ਨਾ, ਕਿਉਂਕਿ ਪੈਕੇਜ ਸੀਗਾ ਤਾਂ ਕਰਕੇ। ਦੇਖੋ ਜੀ, ਹੁਣ ਬੜਾ ਵੱਡਾ ਦੇਖੋ 2017 ਪਾਸ ਆਊਟ ਬੱਚਾ 6.5 ਨਾਟ ਲੈਸ ਦੈਨ 6 ਇਨ ਈਚ ਮੋਡਿਊਲ, ਜੇ ਜੈਨੂਇਨ ਜਸਟੀਫਿਕੇਸ਼ਨ ਹੋ ਗਈ ਕਿ ਕਿਉਂ ਗੈਪ ਹੈਗਾ। 2017 ਤੋਂ ਬਾਅਦ ਤੁਸੀਂ ਕੋਈ ਜੌਬ ਕੀਤੀ ਹੈ ਜਾਂ ਕੋਈ ਡਿਪਲੋਮਾ ਕੀਤਾ ਹੈਗਾ? ਮੈਮ ਜੌਬ ਕੀਤੀ ਸੀ ਬਟ ਉਹ ਪ੍ਰਾਈਵੇਟ ਹੀ ਸੀਗੀ। ਅੱਛਾ ਜੀ, ਬਟ ਉਹਦਾ ਕੋਈ ਸੈਲਰੀ ਵੀ ਮਤਲਬ ਕਿ ਕੈਸ਼ ਇਨ ਹੈਂਡ ਹੀ ਸੀ। ਨਾਟ ਅ ਪ੍ਰੋਬਲਮ। ਕਈ ਵਾਰੀ ਪ੍ਰਾਈਵੇਟ ਕਾਲਜ ਜਿਹੜੇ ਬੱਚੇ ਜੌਬ ਕਰਦੇ ਨੇ ਉਹਨਾਂ ਲਈ ਆਫਰ ਲੈਟਰ ਹਰ EMPLOYER ਦੇ ਸਕਦਾ ਹੈਗਾ। ਤੁਸੀਂ ਝੂਠ ਬੋਲਣ ਦੀ ਆਪਣਾ ਜਵਾਬ ਹਰਜੋਤ ਤੁਸੀਂ ਟੀਵੀ ਸਕਰੀਨ ਦੇ ਉੱਤੇ ਸੁਣ ਸਕਦੇ ਹੈਗੇ ਹੋ। ਸੋ 2017 6.5 ਨਾਟ ਲੈਸ ਦੈਨ 6 ਮੈਨੂੰ ਇਹ ਲੱਗਦਾ ਹੈ ਕਿ ਇੱਕ ਡੀਸੈਂਟ ਪ੍ਰੋਫਾਈਲ ਹੈਗਾ। ਇਟ ਇਜ਼ ਨਾਟ ਅ ਪ੍ਰੋਫਾਈਲ ਵੇਅਰ ਇਨ ਕਿ ਤੁਹਾਨੂੰ ਆਪਣਾ ਕਾਲਜ ਵੀ ਨਹੀਂ ਪਤਾ ਹੈਗਾ, ਤੁਹਾਨੂੰ ਆਪਣਾ ਕੋਰਸ ਨਹੀਂ ਪਤਾ ਹੈਗਾ। ਹੁਣ ਜੇ ਤਾਂ ਇਸ ਬੱਚੇ ਨੇ ਫੋਰ ਐਗਜ਼ਾਮਪਲ ਆਪਣੀ ਗ੍ਰੈਜੂਏਸ਼ਨ ਕੀਤੀ ਹੈ, ਰੈਲੇਵੈਂਸੀ ਜੇ ਬੱਚੇ ਦੀ ਕੋਰਸ ਦੀ ਕੀਤੀ ਹੋਏਗੀ ਏਜੰਟ ਨੇ 2017 ਤੋਂ ਬਾਅਦ ਕੁਝ ਇਹੋ ਜਿਹਾ ਗੈਪ ਨਾ, ਫੋਰ ਐਗਜ਼ਾਮਪਲ ਬੱਚੇ ਦਾ ਕੰਪਿਊਟਰ ਦਾ ਡਿਪਲੋਮਾ ਲਾਤਾ ਜਾਂ ਬੱਚੇ ਦੇ ਅਕਾਊਂਟ ਦਾ ਲਾਤਾ ਔਰ ਜਿਹੜਾ ਕੋਰਸ ਦੇਤਾ ਉਹ अर्ਲੀ ਚਾਈਲਡਹੁੱਡ ਦਾ ਦੇਤਾ, ਤੇ ਕਿਵੇਂ ਵੀਜ਼ਾ ਆਏਗਾ? ਸੋ ਸਭ ਤੋਂ ਪਹਿਲਾਂ ਹਰਜੋਤ ਮੈਂ ਰਿਕੁਐਸਟ ਕਰਾਂਗੀ ਤੁਸੀਂ ਆਪਣੀ ਕੇਪਸ ਨੋਟ ਅਪਲਾਈ ਕਰੋ। ਕੇਪਸ ਨੋਟ ਅਪਲਾਈ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਫਾਈਲ ਦੇ ਵਿੱਚ ਕੀ ਲੱਗਿਆ ਹੋਇਆ। ਡਿਸਅਪਾਇੰਟ ਹੋਣ ਦੀ ਬਿਲਕੁਲ ਲੋੜ ਨਹੀਂ ਜੇ ਤਾਂ ਜੈਨੂਇਨ ਰੈਲੇਵੈਂਟ ਕੋਰਸ ਹੋਏਗਾ ਤੁਹਾਡੀ ਪੜ੍ਹਾਈ ਦੇ ਨਾਲ, ਔਰ ਤੁਸੀਂ ਆਪਣੇ ਸਾਰੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ ਤੇ ਵਰਲਡ ਵਾਈਡ ਸਰਵਿਸਿਜ਼ ਤੁਹਾਡੀ ਮਦਦ ਕਰੇਗਾ, ਬਸ਼ਰਤੇ ਕਿ ਤੁਹਾਡੇ ਕੇਪਸ ਨੋਟ ਦੇ ਵਿੱਚ ਇਹ ਆ ਜਾਵੇ ਕਿ ਤੁਹਾਡੀ ਪੜ੍ਹਾਈ ਤੋਂ ਰੈਲੇਵੈਂਟ ਕੋਰਸ ਔਰ ਕੋਈ ਵੀ ਤੁਹਾਡੇ ਐਪਲੀਕੇਸ਼ਨ ਫਾਰਮ ਦੇ ਵਿੱਚ ਜਾਂ ਤੁਹਾਡੀ ਪ੍ਰੋਫਾਈਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਐਦਾ ਫਰਾਡੂਲੈਂਟ ਡਿਟੇਲ ਜਾਂ ਮਿਸਰੀਪ੍ਰੈਜ਼ੈਂਟੇਸ਼ਨ ਨਾ ਹੋ ਜਿਹਦੇ ਕਰਕੇ ਕਿ ਤੁਹਾਡਾ ਵੀਜ਼ਾ ਦੁਬਾਰਾ ਰਿਫਿਊਜ਼ ਜਾਂ ਬੈਨ ਹੋ ਜਾਵੇ। ਸੋ ਇੱਕ ਵਾਰ ਤੁਸੀਂ ਅਪਾਇੰਟਮੈਂਟ ਲੈ ਕੇ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਮਿਲ ਸਕਦੇ ਹੋ। ਜੀ ਮੈਮ, ਮੈਂ ਇਸ ਤੋਂ ਪਹਿਲਾਂ ਕਿ ਯੂਐਸ ਦੇ ਬਾਰੇ ਗੱਲ ਕਰਾਂ, ਸਾਡਾ ਵਾਲਾ ਪੂਰਾ ਟੌਪਿਕ ਹੈ, ਪਰ ਮੈਂ ਇਹ ਦੇਖਿਆ ਸਾਡੇ ਕੋਲ ਨਾ ਰੀਸੈਂਟਲੀ ਜੋ ਬਹੁਤ ਸਾਰੇ ਸਵਾਲ ਆਉਂਦੇ ਨਾ ਕੈਨੇਡਾ ਨੂੰ ਲੈ ਕੇ, ਸਟੂਡੈਂਟਸ ਕਹਿੰਦੇ ਨੇ ਕਿ ਸਾਨੂੰ ਮੌਂਟਰੀਅਲ ਤੋਂ ਇਲਾਵਾ ਕੋਈ ਆਪਸ਼ਨ ਦੱਸੀ ਜਾਵੇ ਜੋ ਬਹੁਤ ਵਧੀਆ ਹੋਏਗੀ। ਆਖਿਰ ਕੀ ਰੀਜ਼ਨ ਹੈ ਕਿ ਮੌਂਟਰੀਅਲ ਤੋਂ ਇਲਾਵਾ ਸਟੂਡੈਂਟਸ ਚਾਹੁੰਦੇ ਨੇ ਕੋਈ ਆਪਸ਼ਨ ਹੋਵੇ? ਮੈਂ ਮੌਂਟਰੀਅਲ ਨੂੰ ਕਦੀ ਵੀ ਮਾੜਾ ਨਹੀਂ ਕਹਾਂਗੀ, ਬੜੇ ਬੱਚੇ ਅਸੀਂ ਵੀ ਮੌਂਟਰੀਅਲ ਭੇਜੇ ਨੇ। ਹਰ ਕਾਲਜਸ ਦੇ ਵਿੱਚ ਅੱਜ 10 ਕਾਲਜਸ ਜਿਹੜੇ ਕਿ ਅੰਡਰ ਸਸਪੈਂਸ਼ਨ ਲਿਸਟ ਦੇ ਵਿੱਚ ਆ ਗਏ ਸੀਗੇ, ਜਿਹਦਾ ਕਿ CAQ ਸਸਪੈਂਡ ਹੋ ਗਿਆ ਸੀਗਾ। ਸੋ ਹਰਜੋਤ ਬੱਚਿਆਂ ਦੇ ਮਨ ਦੇ ਵਿੱਚ ਬੜਾ ਡਰ ਸੀਗਾ, ਕਈ ਬੱਚਿਆਂ ਨੇ DLI ਚੇਂਜ ਵੀ ਕੀਤਾ, ਅਸੀਂ ਵੀ ਮਦਦ ਕਰਾਈ। ਬਟ ਖੁਸ਼ਖਬਰੀ ਇਹ ਗੁੱਡ ਨਿਊਜ਼ ਇਹ ਹੈਗਾ ਕਿ ਜਿਹੜੇ ਕਾਲਜਸ ਆਪਾਂ ਕੈਨੇਡਾ ਕਾਲਜ ਦੀ ਗੱਲ ਕਰੀਏ ਜਾਂ CDI ਕਾਲਜ ਦੀ ਗੱਲ ਕਰੀਏ, ਉਹਨਾਂ ਦੇ ਰਿਜ਼ਲਟਸ ਆਣੇ ਸ਼ੁਰੂ ਹੋ ਗਏ ਨੇ। ਇਹ ਨਹੀਂ ਕਿ ਸਿਰਫ ਵੀਜ਼ੇ ਆ ਰਹੇ ਨੇ, ਰਿਫਿਊਜ਼ਲਾਂ ਵੀ ਆ ਰਹੀਆਂ। ਸੋ ਦਿਸ ਮੀਨਸ ਦੀ ਹਾਈ ਕਮਿਸ਼ਨ ਹੈਜ਼ ਸਟਾਰਟਡ ਕੰਸੀਡਰਿੰਗ ਦ ਰਿਜ਼ਲਟਸ, ਔਰ ਉਹਨਾਂ ਨੇ ਉਹਨਾਂ ਕਾਲਜਸ ਦੇ ਰਿਜ਼ਲਟਸ
ਮਿਕਸ, ਭਾਵੇਂ ਪੋਜ਼ਿਟਿਵ ਭਾਵੇਂ ਨੈਗੇਟਿਵ। ਇਹ ਨਹੀਂ ਹੈ ਕਿ ਸਾਰਿਆਂ ਦੇ ਰਿਫਿਊਜ਼ਲ ਤੱਕ ਪਬਲਿਕ ਕਾਲਜਸ ਜਾਂ ਗਵਰਨਮੈਂਟ ਯੂਨੀਵਰਸਿਟੀਜ਼ ਦੇ ਵੀ ਆ ਰਹੇ ਨੇ, 8 ਬੈਂਡ ਵਾਲੇ ਬੱਚਿਆਂ ਦੇ ਵੀ ਆ ਰਹੇ ਨੇ, ਡਿਪੈਂਡ ਕਰਦਾ ਹੈ ਤੁਸੀਂ ਕੀ ਕੋਰਸ ਦੀ ਚੋਣ ਕੀਤੀ ਹੈ। ਬਟ ਡੈਫੀਨਿਟਲੀ ਯੈਸ, ਜੇ ਤੁਹਾਨੂੰ ਫਿਰ ਵੀ ਮਨ ਦੇ ਵਿੱਚ ਡਰ ਹੈਗਾ, ਵੈਨਕੂਵਰ, ਟੋਰਾਂਟੋ, ਬ੍ਰੈਂਪਟਨ, ਸਰੀ, ਐਲਬਰਟਾ, ਕੈਲਗਰੀ, ਨਿਊ ਬ੍ਰਾਂਸਵਿਕ, ਜਿਹੜੇ ਵੀ ਪ੍ਰੋਵਿੰਸ ਦੇ ਵਿੱਚ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ, ਪੜ੍ਹਾਈ ਕਰਨਾ ਚਾਹੁੰਦੇ ਹੋ, ਆਪਣੀ ਮਨਪਸੰਦ, ਮੌਂਟਰੀਅਲ ਤੋਂ ਡਰ ਚੁੱਕੇ ਹੋ, ਹਾਲਾਂਕਿ ਕੋਈ ਡਰਨ ਦੀ ਹੁਣ ਲੋੜ ਨਹੀਂ ਹੈਗੀ ਹੈ। ਜਿੱਦਾਂ ਆਪਾਂ ਕਹਿੰਦੇ ਹਾਥੀ ਨਿਕਲ ਗਿਆ ਤੇ ਪੁੱਛ ਰਹਿ ਗਈ ਹੋਈ ਹੈ। ਹੁਣ ਰਿਜ਼ਲਟਸ ਤਕਰੀਬਨ 6 ਅਗਸਤ ਦੀ ਆਪਾਂ ਗੱਲ ਕਰੀਏ ਤੇ ਹਾਈ ਕਮਿਸ਼ਨ ਨੇ ਡੈਡਲਾਈਨ ਦਿੱਤੀ ਸੀਗੀ, ਬਟ 23 ਜੁਲਾਈ ਤੋਂ ਬਾਅਦ ਬੜੇ ਪੋਜ਼ਿਟਿਵ ਰਿਜ਼ਲਟਸ ਕੈਨੇਡਾ ਦੇ ਆਉਣ ਲੱਗੇ। ਸਾਡੇ ਵੀ ਵੀਜ਼ਾਸ, ਜੇ ਤੁਸੀਂ ਵਰਲਡ ਵਾਈਡ ਸਰਵਿਸਿਜ਼ ਨੂੰ ਫੇਸਬੁੱਕ ਦੇ ਉੱਤੇ, YouTube ਜਾਂ ਇੰਸਟਾਗ੍ਰਾਮ ਤੇ ਫੋਲੋ ਕਰੋਗੇ, ਤੁਸੀਂ ਸਾਡੇ ਰਿਜ਼ਲਟ, ਸਾਡੇ ਟੈਸਟੀਮੋਨੀਅਲਸ ਵੀ ਦੇਖ ਸਕਦੇ ਹੋ ਬੱਚਿਆਂ ਦੇ। ਸੋ ਹੁਣ ਘਬਰਾਉਣ ਦੀ ਕਿਸੇ ਵੀ ਮੁਲਕ ਤੋਂ ਲੋੜ ਨਹੀਂ। ਬਟ ਯੈਸ, ਮੌਂਟਰੀਅਲ, ਕਿਊਬੈਕ ਦੇ ਵਿੱਚ ਇੱਕ ਰੀਜਨਲ ਏਰੀਆ ਸੀਗਾ, ਬੱਚਿਆਂ ਨੂੰ 2 ਸਾਲ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ ਸੀਗਾ। ਬਟ ਜੇ ਅੱਜ ਆਪਾਂ ਗੱਲ ਕਰੀਏ ਬਾਕੀ ਪ੍ਰੋਵਿੰਸਿਸ ਦੇ ਵਿੱਚ ਵੀ ਇਹੋ ਜਿਹੇ ਕਾਲਜਸ, ਇਹੋ ਜਿਹੀ ਯੂਨੀਵਰਸਿਟੀਜ਼ ਦੀ ਅਸੀਂ ਤੁਹਾਨੂੰ ਆਪਸ਼ਨ ਦੇ ਰਹੇ ਹਾਂ, ਫੀਸ ਆਫਟਰ ਵੀਜ਼ਾ ਦੀ ਆਪਸ਼ਨ ਦੇ ਰਹੇ ਹਾਂ, ਜਿੱਥੇ ਕਿ ਤੁਸੀਂ 2 ਸਾਲ ਦੀ ਪੜ੍ਹਾਈ ਤੋਂ ਬਾਅਦ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਕੇ PR ਵੱਲ ਜਾ सकते हैं। जी, ये कॉल तो ये मैं एक सवाल करना चाहती हूँ यूएस के बारे से शुरू कर लिए, क्योंकि समा साडे कोल बहुत घੱਟ ਹੁੰਦਾ ਹੈ। डेफिनेटली ਤੇ ਬਾਕੀ ਕਾਲਰਸ ਨੂੰ ਜ਼ਰੂਰ ਕਹਿਣਾ ਚਾਹੂੰਗੀ, ਸ਼ੋਅ ਤੋਂ ਬਾਅਦ ਵੀ ਤੁਸੀਂ ਇਸੇ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ, ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਜੋ ਹੈ ਕੰਟੀਨਿਊ ਮਿਲਦੇ ਰਹਿਣਗੇ। यूएस ਦੇ ਬਾਰੇ ਅਗਰ ਜਾਣਨਾ ਚਾਹਾਂਗੇ, ਅੱਜ ਦੇ ਸਮੇਂ ਵਿੱਚ ਇੱਕ ਅਸੀਂ ਕਹਿੰਦੇ ਰਿਫਿਊਜ਼ਲ ਕੇਸਿਸ ਜਾਂ ਵਿਦਆਊਟ ਆਇਲਸ ਜੋ ਹੈ ਸਟੂਡੈਂਟਸ ਅਪਲਾਈ ਕਰਨਾ ਚਾਹੁੰਦੇ ਨੇ, ਹੋਰ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਸਟੂਡੈਂਟਸ ਜੋ ਹੈ ਹੁਣ यूएस ਲਈ ਅਪਲਾਈ ਕਰ ਸਕਦੇ ਆ? ਡੈਫੀਨੇਟਲੀ ਮੈਂ ਕਾਲਰਸ ਨੂੰ ਸਭ ਤੋਂ ਪਹਿਲਾਂ ਤਾਂ ਰਿਕੁਐਸਟ ਕਰਾਂਗੀ ਕਿ ਤੁਸੀਂ ਸਾਡੇ ਹੈਲਪਲਾਈਨ ਨੰਬਰ 7304 7304 ਜਿਹੜਾ ਕਿ ਥੱਲੇ ਤੁਸੀਂ ਦੇਖ ਸਕਦੇ ਹੋ, ਕਦੀ ਵੀ ਤੁਸੀਂ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਅਪਾਇੰਟਮੈਂਟ ਬੁੱਕ ਕਰਕੇ ਮਿਲ ਸਕਦੇ ਹੋ, ਗੱਲ ਕਰ ਸਕਦੇ ਹੋ। ਬਟ ਮੇਰਾ ਮਕਸਦ ਹੈ ਕਿ ਮੈਸੇਜ ਜਿਹੜਾ ਹੈਗਾ ਬੱਚਿਆਂ ਨੂੰ ਵੱਧ ਤੋਂ ਵੱਧ ਪਹੁੰਚੇ, ਇਨਫੋਰਮੇਸ਼ਨ ਵੱਧ ਤੋਂ ਵੱਧ ਪਹੁੰਚੇ। ਤੇ ਹਰਜੋਤ ਜੀ ਨੇ ਬੜਾ ਵਧੀਆ ਸਵਾਲ ਪੁੱਛਿਆ, ਜਿਹੜੇ ਬੱਚੇ ਰਿਫਿਊਜ਼ ਹੋ ਚੁੱਕੇ ਆ, ਬੋਰੀਆਂ ਭਰ ਕੇ ਕੈਨੇਡਾ ਦੇ ਰਿਫਿਊਜ਼ਲਸ ਆਏ ਨੇ। ਤੇ ਜੇ ਆਪਾਂ ਗੱਲ ਕਰੀਏ ਵੱਡੇ ਮੁਲਕਾਂ ਦੀ, ਤੇ ਕੈਨੇਡਾ ਤੋਂ ਬਾਅਦ ਬੰਦੇ ਦਾ ਫੋਕਸ ਜਿਹੜਾ ਹੁੰਦਾ USA ਦਾ। USA ਇੱਕ ਇਹੋ ਜਿਹਾ ਮੁਲਕ ਜਿੱਥੇ ਕਿ ਵੀਜ਼ਾ ਲੈਣ ਦੀ ਜਿਹੜੀ ਭੁੱਖ ਹੈਗੀ ਹੈ, ਵੀਜ਼ਾ ਲੈਣ ਤੋਂ ਬਾਅਦ ਖਤਮ ਹੋ ਜਾਂਦੀ ਹੈ। ਨੰਬਰ 1 ਕੰਟਰੀ ਮੰਨਿਆ ਜਾਂਦਾ ਹੈਗਾ, ਬਟ ਕੈਨੇਡਾ ਦੇ ਵਿੱਚ ਹਮੇਸ਼ਾ ਹੀ ਬੱਚਿਆਂ ਦਾ ਰੁਝਾਨ ਰਿਹਾ, ਕਿਉਂਕਿ ਇਟ ਇਜ਼ ਬੇਸਿਕਲੀ ਅ ਕੰਟਰੀ ਆਫ ਇਮੀਗ੍ਰੈਂਟਸ, ਜਿੱਥੇ ਕਿ ਪੰਜਾਬੀਆਂ ਦਾ ਰੁਝਾਨ ਹਮੇਸ਼ਾ ਰਿਹਾ ਹੈ, ਵਰਕ ਪਰਮਿਟ ਹਮੇਸ਼ਾ ਮਿਲਦਾ ਹੈਗਾ। USA ਕੋਈ ਇੱਕ ਨਵਾਂ ਪ੍ਰੋਡਕਟ ਨਹੀਂ ਹੈਗਾ, USA ਅਸੀਂ ਹਮੇਸ਼ਾ ਤੋਂ ਹੀ ਪ੍ਰਮੋਟ ਕਰਦੇ ਸੀਗੇ, ਬਟ ਕਿਉਂਕਿ ਓਬਵੀਅਸਲੀ ਵਿੱਚੇ ਪ੍ਰੋ ਇੰਡੀਅਨਸ ਦੀ ਜਿਹੜੀ ਗਵਰਨਮੈਂਟ ਆਈ ਸੀਗੀ, ਅੱਜ ਆਪਾਂ ਜੇ ਜੋ ਬਾਈਡਨ ਦੀ ਸਰਕਾਰ ਦੀ ਗੱਲ ਕਰੀਏ, ਦੇ ਆਰ ਐਕਚੁਅਲੀ ਇਨੀਸ਼ੀਏਟਿੰਗ ਕਿ ਅੱਜ ਇੰਡੀਅਨਸ ਆਣ, ਉਹਨਾਂ ਦੇ ਜਿਹੜੇ ਮਿਨਿਸਟਰਸ ਨੇ, ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰਸ ਨੇ, ਸਾਰੇ ਇੰਡੀਅਨਸ ਹੈਗੇ ਨੇ। ਸੋ ਇੰਡੀਅਨਸ ਦੀ ਜਿਹੜੀ ਸਕਸੈਸ ਰੇਟ ਹੈਗਾ ਬਹੁਤ ਵਧੀਆ ਆ ਰਿਹਾ ਹੈ। ਵਿਦਆਊਟ ਆਇਲਸ ਕੋਈ ਵੀ ਬੱਚਾ ਇਦਾਂ ਨਹੀਂ ਹੈ ਕਿ ਵਿਦਆਊਟ ਆਇਲਸ ਹੈ ਮਤਲਬ ਵਿਦਆਊਟ ਅੰਗਰੇਜ਼ੀ ਨਹੀਂ ਹੈਗਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਆਇਲਸ ਦੇ ਵਿੱਚ ਓਵਰਆਲ 6 ਨਾਟ ਲੈਸ ਦੈਨ 5.5 ਬੈਂਡਸ ਆਏ ਨੇ ਜਾਂ 6 ਈਚ ਆਏ ਨੇ, USA ਦੇ ਵਿੱਚ ਤੁਹਾਨੂੰ 5 ਸਾਲ ਦਾ ਵੀਜ਼ਾ ਮਿਲਦਾ ਹੈ, ਜਿਹਨੂੰ ਕਿ F1 ਵੀਜ਼ਾ ਬੋਲਿਆ ਜਾਂਦਾ ਹੈ। ਫਰਦਰ ਤੁਸੀਂ ਆਪਣਾ H1B ਦੇ ਵਿੱਚ ਕਨਵਰਟ ਕਰਕੇ ਵਰਕ ਪਰਮਿਟ ਲੈ ਸਕਦੇ ਹੋ, ਐਂਡ ਫਰਦਰ ਜਦੋਂ H1B ਦੇ ਵਿੱਚ ਤੁਸੀਂ ਆਪਣੇ EMPLOYER ਤੋਂ ਲੈ ਕੇ ਤੁਸੀਂ ਆਪਣੇ ਗ੍ਰੀਨ ਕਾਰਡ ਵਾਸਤੇ ਐਲੀਜੀਬਲ ਹੁੰਦੇ ਹੋ। ਤੇ ਗੱਲ ਹੈਗੀ ਹੈ ਕਿ ਸਟੈਪ ਵਾਈਜ਼ ਤੁਸੀਂ ਜਾਓ। ਅੱਜ ਬੱਚਾ USA ਜਾਂਦਾ, ਸਾਡੇ ਕੋਲ ਹਰਜੋਤ ਜੀ ਆਉਂਦੇ ਨੇ ਕਿ ਮੈਂ ਤਾਂ ਜੀ ਪੋਲੀਟੀਕਲ ਅਸਾਈਲਮ ਪਾਣੀ ਹੈ, ਤੇ ਕਿੱਦਾਂ ਤੁਹਾਨੂੰ ਉਹ ਕੰਟਰੀ ਉੱਥੇ ਦਾ ਗ੍ਰੀਨ ਕਾਰਡ ਦੇਗੀ ਜਾਂ ਤੁਹਾਨੂੰ ਉੱਥੇ ਸੈਟਲ ਕਰੇਗੀ? ਸਟੈਪ ਵਾਈਜ਼ ਜਾਓ, ਤਰੀਕੇ ਨਾਲ ਜਾਓ, ਲੀਗਲ ਤਰੀਕੇ ਨਾਲ ਜਾਓ। 10 ਸਾਲ ਦੇ ਗੈਪ ਵਾਲੇ ਬੱਚਿਆਂ ਦੇ ਵੀਜ਼ੇ USA ਦੇ ਲੱਗੇ ਦਿਖਾਵਾਂਗੇ ਤੁਹਾਨੂੰ। ਅਪਰੂਵਲਸ ਆ ਗਈਆਂ, ਬਟ ਆਫ ਕੋਰਸ ਪਾਸਪੋਰਟ ਡਿਸਪੈਚ ਹੋਣ 'ਚ ਟਾਈਮ ਲੱਗੇਗਾ। ਕੋਈ ਵੀ ਬੱਚਾ ਜਿਹੜਾ ਕਿ ਜੈਨੂਇਨ ਤਰੀਕੇ ਨਾਲ ਪੜ੍ਹਾਈ ਕਰਨ ਜਾਣਾ ਚਾਹੁੰਦਾ ਹੈਗਾ, 2 ਸਾਲ ਦੀ ਐਸੋਸੀਏਟ ਡਿਗਰੀ ਪ੍ਰੋਗਰਾਮ ਹੁੰਦਾ, ਡਿਪਲੋਮਾ ਕੋਈ ਨਹੀਂ ਹੁੰਦਾ, ਬਟ ਡੈਫੀਨਿਟਲੀ ਉਹਦਾ ਸਕਸੈਸ ਰੇਟ ਥੋੜਾ ਜਿਹਾ ਘੱਟ ਹੈ। ਮੈਂ ਹਮੇਸ਼ਾ ਇਨਕਰੇਜ ਬੈਚਲਰਸ ਨੂੰ ਕਰਦੀ ਹਾਂ, ਜਿਹੜੀ ਕਿ 4 ਸਾਲ ਦੀ ਬੈਚਲਰਸ ਹੈਗੀ ਹੈ। ਕੋਈ ਵੀ ਬੱਚਾ ਜਿਹੜਾ 10+2 ਪਾਸ ਹੈ, 4 ਸਾਲ ਦੀ ਬੈਚਲਰਸ ਵਾਸਤੇ ਜਾਂਦਾ ਹੈਗਾ, ਸੋ ਡੈਫੀਨਿਟਲੀ ਦ ਸਕਸੈਸ ਰੇਟ ਇਜ਼ ਗੁੱਡ। ਇਹ ਜੀ ਯੂਨੀਵਰਸਿਟੀ ਸਾਡੇ ਕੋਲ ਹੈਗੀ ਹੈ ਜਿੱਥੇ ਕਿ ਫੀਸ ਸਿਰਫ 4,50,000 ਯਾਨੀ ਕਿ 4.5 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦਾ ਕੋਈ GIC ਨਹੀਂ ਹੈਗਾ ਜਿੱਦਾਂ ਕੈਨੇਡਾ ਦੇ ਵਿੱਚ ਹੈਗਾ। ਕੋਈ ਬਹੁਤਾ ਹੀ ਲੰਬੇ ਚੌੜੇ ਪੁਰਾਣੇ ਫੰਡਸ ਦਿਖਾਉਣ ਦੀ ਲੋੜ ਨਹੀਂ ਹੈਗੀ। यानी कि 4.5 लाख रुपए जो तुहाडे 6 महीने दी यानी कि 1 सेमेस्टर दी फीस हैगी है, तुहाडी टिकट दा खर्चा, तुहाडा एम्बेसी फीस मिला के तुसी 7 ਤੋਂ 8 ਲੱਖ रुपए ਦੇ ਵਿੱਚ ਆਪਣਾ USA ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ, ਬਸ਼ਰਤੇ ਕਿ ਤੁਸੀਂ ਇੱਕ ਜੈਨੂਇਨ ਸਟੂਡੈਂਟ ਹੋ, ਤੁਸੀਂ ਅੰਗਰੇਜ਼ੀ ਦੇ ਵਿੱਚ ਗੱਲ ਕਰ ਸਕਦੇ ਹੋ, ਵੀਜ਼ਾ ਆਫਿਸਰ ਨੂੰ ਇੰਗਲਿਸ਼ ਦੇ ਵਿੱਚ ਕੌਨਫੀਡੈਂਟਲੀ ਕਮਿਊਨੀਕੇਟ ਕਰ ਸਕਦੇ ਹੋ। ਜੇ ਤੁਹਾਡੇ ਕੋਲ 50% ਜ਼ੀਲ ਵੀ ਹੈਗੀ ਹੈ, ਸੋ ਸਾਡੀ ਕੰਪਨੀ ਤੁਹਾਨੂੰ ਇੰਟਰਵਿਊ ਕਿੱਦਾਂ ਕਰੈਕ ਕਰਨਾ ਹੈਗਾ, ਹਾਊ ਟੂ ਕਰੈਕ F1, उसका ਤੁਹਾਨੂੰ ਡੈਫੀਨਿਟਲੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਕਿਸੇ ਵੀ ਤਰ੍ਹਾਂ ਦੀ ਕੋਈ ਸਵਾਲ ਹੈਗੇ ਨੇ ਮੇਰੇ ਨਾਲ ਜਾਂ ਮੇਰੀ ਟੀਮ ਨਾਲ, ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਮੈਨੂੰ ਸਪੈਸੀਫਿਕਲੀ ਮਿਲਣਾ ਚਾਹੁੰਦੇ ਹੋ ਤੇ ਤੁਸੀਂ 7304 7304 ਤੇ ਕਾਲ ਕਰਕੇ ਪਲੀਜ਼, ਕਈ ਵਾਰੀ ਇਹੋ ਜਿਹੇ ਬੱਚੇ ਆਉਂਦੇ ਨੇ ਮੈਂ ਅਵੇਲੇਬਲ ਨਹੀਂ ਹੁੰਦੀ ਆ, ਅਪਾਇੰਟਮੈਂਟ ਬੁੱਕ ਕਰਾ ਕੇ ਜ਼ਰੂਰ ਮਿਲੋ ਜੀ। ਕੋਈ ਸਵਾਲ ਤੁਹਾਡਾ ਰਹਿ ਗਿਆ ਹੋਵੇ, ਜਾਂਦੇ ਜਾਂਦੇ ਮੈਂ ਇੱਕ ਵਾਰ ਫਿਰ ਤੋਂ ਕਹਾਂਗੀ, ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਦੇ ਉੱਪਰ ਕਾਲ ਕਰਕੇ ਆਪਣੀ ਸਵਾਲ ਨੂੰ ਜ਼ਰੂਰ ਕਲੀਅਰ ਕਰ ਲਿਓ। ਤੇ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਸਾਡੇ ਸ਼ੋਅ ਵਿੱਚ ਆਏ, ਸਾਡੇ ਦਰਸ਼ਕਾਂ ਨਾਲ ਇੰਨੀ
ਵਧੀਆ ਜਾਣਕਾਰੀ ਕੈਨੇਡਾ ਔਰ ਯੂਐਸ ਦੇ ਰਿਗਾਰਡਿੰਗ ਸਾਂਝੀ ਕੀਤੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।